ਹਾਂਜੀ ਦੋਸਤੋ, ਮਹਿਲਾ ਕਾਮ ਮੰਚ ਪੰਜਾਬ ਤੇ ਮੀਡੀਆ ਪ੍ਰਵਾਸ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਇਸ ਕਵੀ ਦਰਬਾਰ ਦਾ ਜਿਹੜਾ ਮੰਚ ਸੰਚਾਲਨ ਕਰਨਗੇ ਉਹ ਡਾਕਟਰ ਹਰਪ੍ਰੀਤ ਕੌਰ ਕਰਨਗੇ ਤੇ ਮੈਂ ਬਹੁਤ ਸਤਿਕਾਰ ਸਹਿਤ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਅੱਜ ਦੇ ਕਵੀ ਦਰਬਾਰ ਦੀ ਕਾਰਵਾਈ ਚਲਾਉਣਗੇ। ਡਾਕਟਰ ਹਰਪ੍ਰੀਤ ਕੌਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਂਜੀ, ਧੰਨਵਾਦ ਸਰ। ਧੰਨ ਧੰਨ ਰਾਮਦਾਸ ਗੁਰੂ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਗੁਰਸਿੱਖੀ ਦੇ ਥੰਮ ਸੰਸਾਰ ਤਾਰਨ ਵਾਲੇ, ਨਿਮਰਤਾ ਅਤੇ ਨਿਰਮਲਤਾ ਦੇ ਪੁੰਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ। ਅੱਜ ਅੰਮ੍ਰਿਤਸਰੀ ਕਲਮਾ ਗਰੁੱਪ ਦੇ ਵਿਹੜੇ ਵਿੱਚ ਆਨਲਾਈਨ ਜੁੜ ਬੈਠੇ ਸਾਡੇ ਅੱਜ ਦੇ ਮੁੱਖ ਮਹਿਮਾਨ ਮੈਡਮ ਈਰਾਦੀਪ ਤ੍ਰਿਹਨ, ਅਧਿਅਕਸ਼ ਮਹਿਲਾ ਕਾਮ ਮੰਚ ਡਾਕਟਰ ਕੁਲਦੀਪ ਸਿੰਘ ਦੀਪ ਜੀ, ਪ੍ਰਧਾਨ ਮਹਿਲਾ ਕਾਮ ਮੰਚ ਪੰਜਾਬ ਇਕਾਈ ਅੰਮ੍ਰਿਤਸਰ ਮੈਡਮ ਜਸਵਿੰਦਰ ਕੌਰ ਜੀ, ਸਮੁੱਚੀ ਟੀਮ ਅਤੇ ਇਸ ਕਵੀ ਦਰਬਾਰ ਵਿੱਚ ਹਿੱਸਾ ਲੈ ਰਹੀਆਂ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਨਿੱਘੀ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਸੁਭਾਗਾ ਦਿਨ ਹੈ ਕਿ ਅੱਜ ਅਸੀਂ ਜਿੱਥੇ ਇੱਕ ਪਾਸੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਉੱਥੇ ਦੂਸਰੇ ਪਾਸੇ ਅੰਮ੍ਰਿਤਸਰੀ ਕਲਮਾਂ ਵੱਲੋਂ ਬਹੁਤ ਹੀ ਸੋਹਣੇ ਵਿਸ਼ੇ ਤੇ ਧੀਆਂ ਤੇ ਇੱਕ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸ਼੍ਰੀ ਗੁਰੂ ਰਾਮਦਾਸ ਜੀ ਏਦਾਂ ਹੀ ਧੀਆਂ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ ਅਤੇ ਧੀਆਂ ਨੂੰ ਜ਼ਿੰਦਗੀ ਵਿੱਚ ਬੁਲੰਦੀਆਂ ਤੇ ਪਹੁੰਚਾਉਣ। ਧੀਆਂ ਨਾਲ ਹੀ ਇੱਕ ਘਰ ਚਹਿਕਦਾ ਅਤੇ ਮਹਿਕਦਾ ਹੈ। ਧੀਆਂ ਹੀ ਹੁੰਦੀਆਂ ਹਨ ਜੋ ਮਾਂ-ਬਾਪ ਦੇ ਬਹੁਤ ਹੀ ਨਜ਼ਦੀਕ ਹੁੰਦੀਆਂ ਹਨ ਅਤੇ ਮਾਂ-ਬਾਪ ਦੀ ਹਰ ਤਕਲੀਫ ਵਿੱਚ ਉਹ ਢਾਲ ਬਣ ਕੇ ਖੜਦੀਆਂ ਹਨ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਧੀ ਦੀ ਜਾਂ ਇੱਕ ਮਾਂ ਦੀ ਸਭ ਤੋਂ ਨਜ਼ਦੀਕੀ ਦੋਸਤ ਇੱਕ ਧੀ ਹੀ ਹੋ ਸਕਦੀ ਹੈ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਡਮ ਜਸਵਿੰਦਰ ਕੌਰ ਜੀ, ਪ੍ਰਧਾਨ ਮਹਿਲਾ ਕਾਮ ਮੰਚ ਪੰਜਾਬ ਇਕਾਈ ਅੰਮ੍ਰਿਤਸਰ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੀ ਖੂਬਸੂਰਤ ਕਵਿਤਾ ਵੀ ਪੇਸ਼ ਕਰਨ ਅਤੇ ਸਾਡੇ ਅੱਜ ਦੇ ਜੋ ਮੁੱਖ ਮਹਿਮਾਨ ਨੇ ਉਹਨਾਂ ਦਾ ਸਵਾਗਤ ਵੀ ਕਰਨ। ਧੀ ਬਣ ਕੇ ਜ਼ਿੰਦਗੀ ਵਿੱਚ ਇਹ ਬੜੇ ਕਿਰਦਾਰ ਨਿਭਾਉਂਦੀ ਹੈ, ਕਦੇ ਭੈਣ, ਕਦੇ ਪਤਨੀ ਤੇ ਕਦੇ ਮਾਂ ਖਵਾਉਂਦੀ ਹੈ। ਸੋ ਮੈਂ ਸੱਦਾ ਦਿੰਦੀ ਹਾਂ ਮੈਡਮ ਜਸਵਿੰਦਰ ਕੌਰ ਜੀ ਨੂੰ। ਮੈਡਮ ਜਸਵਿੰਦਰ ਕੌਰ ਜੀ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਕਵੀ ਦਰਬਾਰ ਵਿੱਚ। ਸਭ ਦਾ ਮੈਂ ਤਹਿ ਦਿਲੋਂ ਸਵਾਗਤ ਕਰਦੀ ਹਾਂ। ਸਾਡੇ ਮੁੱਖ ਮਹਿਮਾਨ ਈਰਾਦੀਪ ਜੀ ਅਜੇ ਸ਼ਾਇਦ ਸ਼ਾਮਿਲ ਨਹੀਂ ਹੋਏ ਇਸ ਵਿੱਚ। ਕੋਈ ਗੱਲ ਨਹੀਂ, ਉਨੀ ਦੇਰ ਮੈਂ ਆਪ ਜੀ ਨਾਲ ਆਪਣੀ ਰਚਨਾ ਸਾਂਝੀ ਕਰਦੀ ਹਾਂ। ਸੋ ਇਸ ਤੋਂ ਬਾਅਦ ਮੈਂ ਉਹਨਾਂ ਦਾ ਸਵਾਗਤ ਕਰਾਂਗੀ, ਸ਼ਾਇਦ ਉਦੋਂ ਤੱਕ ਸਾਡੇ ਨਾਲ ਜੁੜ ਜਾਣ। ਧੀਆਂ ਬਾਰੇ ਗੱਲ ਕਰਨੀ ਬਹੁਤ ਔਖੀ ਹੈ ਕਿਉਂਕਿ ਉਹਨਾਂ ਨੂੰ ਨਾਜ਼ੁਕ ਨੇ ਬਹੁਤ, ਤੇ ਉਹਨਾਂ ਨੂੰ ਸੰਭਾਲਣਾ ਤੇ ਉਹਨਾਂ ਨੂੰ ਸਵਾਰਨਾ ਇੱਕ ਮਾਂ ਦਾ ਹੀ ਕੰਮ ਹੈ। ਸੋ ਇਹ ਜੋ ਧੀਆਂ ਨੇ ਸਾਡੀਆਂ ਇੱਕ ਤਿਤਲੀ ਦੀ ਤਰ੍ਹਾਂ ਨੇ, ਜਿਨ੍ਹਾਂ ਨੂੰ ਬਹੁਤ ਹੀ ਨਾਜ਼ੁਕਤਾ ਨਾਲ ਆਪਣੇ ਕੋਲ ਰੱਖਣਾ ਪੈਂਦਾ। ਮੈਂ ਜੋ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਉਸਦਾ ਵਿਸ਼ਾ ਵੀ ਇਹੀ ਹੈ, ਰੰਗ ਬਿਰੰਗੀ ਤਿਤਲੀ। ਮਾਂ ਨੂੰ ਸਵਾਲ ਕਰ ਰਹੀ ਹੈ ਧੀ, ਰੰਗ ਬਿਰੰਗੀ ਤਿਤਲੀਆਂ ਮੈਂ ਕਿਉਂ ਨਾ ਮਾਰਾਂ ਉਡਾਰੀਆਂ। ਰੰਗ ਬਿਰੰਗੀ ਤਿਤਲੀਆਂ ਮੈਂ ਕਿਉਂ ਨਾ ਮਾਰਾਂ ਉਡਾਰੀਆਂ, ਦੱਸ ਮਾਂ ਮੇਰੇ ਖੰਭਾਂ ਨੂੰ ਤੂੰ ਗੰਢਾਂ ਕਿਉਂ ਨੇ ਮਾਰੀਆਂ। ਮਾਂ ਜਵਾਬ ਦੇ ਰਹੀ ਹੈ, ਇੱਕ ਗੰਢ ਤੇਰੇ ਪਿਓ ਦੀ ਪੱਗ, ਇੱਕ ਲਾਜ ਨਾ ਲਾਈ ਭਰਾਵਾਂ ਨੂੰ, ਇੱਕ ਸੰਸਕਾਰਾਂ ਦੀ ਗੰਢ ਵੱਜੀ
दब रखी तू इछावां नूं। धी दा जवाब है, चंचल मन नहीं मनदा मां, किवें दब्बां इछावां सारियां, रंग बिरंगी तितलियां मैं क्यों ना मारां उडारियां। एक गंढ तेरे रहन सहन दी, एक बोल चाल दी तरीके दी, एक गंढ सहनशीलता दी, एक सबर संतोख सलीके दी। मेरे खंबां दियां गंढां बणियां शर्तां समाज दियां सारियां, मेरे खंबां दियां गंढां बणियां शर्तां समाज दियां सारियां, रंग बिरंगी तितलियां मैं क्यों ना मारां उडारियां। हर फल दा रस चूस के भवरा लाउंदा फिरे उडारियां। मन मौजी अलमस्त हो वेख, हर फुल ते जा बहंदा ए, किसे दी खुशबू किसे दा रस लै हर पल खिड़िया रहिंदा ए। ਇਹਦੇ ਲੇਖਾਂ 'ਚ ਲਿਖੀਆਂ ਨੇ ਕਿ ਖੁਦਾ ਨੇ ਖੁਸ਼ੀਆਂ ਸਾਰੀਆਂ, ਇਹਦੇ ਖੰਭਾਂ ਨੂੰ ਸਮਾਜ ਨੇ ਦੱਸ ਕਿਉਂ ਨਹੀਂ ਗੰਢਾਂ ਮਾਰੀਆਂ। ਰੰਗ ਬਰੰਗੀ ਤਿਤਲੀਆਂ ਮੈਂ ਕਿਉਂ ਨਾ ਮਾਰਾਂ ਉਡਾਰੀਆਂ, ਦੱਸ ਮਾਂ ਮੇਰੇ ਖੰਭਾਂ ਨੂੰ ਤੂੰ ਗੰਢਾਂ ਕਿਉਂ ਨਹੀਂ ਮਾਰੀਆਂ। ਧੰਨਵਾਦ ਜੀ। ਬਹੁਤ ਖੂਬਸੂਰਤ ਵਾਕਈ ਕੁੜੀਆਂ ਇੱਕ ਤਿਤਲੀ ਹੁੰਦੀਆਂ ਨੇ। ਮੈਡਮ ਨੇ ਆਪਣੇ ਬਹੁਤ ਸੋਹਣੇ ਵਿਚਾਰ ਨੇ ਜੋ ਸਾਡੇ ਨਾਲ ਸਾਂਝੇ ਕੀਤੇ ਨੇ। ਸੋ ਬਾਬਲ ਦੇ ਵਿਹੜੇ ਅੰਬੀ ਦਾ ਬੂਟਾ, ਅੰਬੀ ਨੂੰ ਬੂਰ ਪਿਆ, ਵਸਦਾ ਰਹੇ ਮੇਰੇ ਬਾਬਲ ਦਾ ਵਿਹੜਾ, ਧੀਆਂ ਦੀ ਇਹੀ ਦੁਆ। ਸੋ ਮੇਰਾ ਅਗਲਾ ਸੱਦਾ ਮੈਡਮ ਰਣਜੀਤ ਕੌਰ ਜੀ ਨੂੰ ਹੈ ਕਿ ਉਹ ਆਪਣੀ ਖੂਬਸੂਰਤ ਕਵਿਤਾ ਦਰਸ਼ਕਾਂ ਨਾਲ ਸਾਂਝੀ ਕਰਨ। ਮੈਡਮ ਰਣਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਬਹੁਤ ਬਹੁਤ ਮੁਬਾਰਕਾਂ। ਤੇ ਦੋਸਤੋ ਅੱਜ ਮੈਂ ਜਿਹੜੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਧੀ ਨੂੰ ਅਸੀਸ। ਧੀਏ ਨੀ ਗੁਲਕੰਦ ਵਰਗੀਏ, ਧੀਏ ਨੀ ਗੁਲਕੰਦ ਵਰਗੀਏ, ਮਿੱਠੀ ਮਿਸ਼ਰੀ ਖੰਡ ਵਰਗੀਏ। ਧੀਏ ਨੀ ਗੁਲਕੰਦ ਵਰਗੀਏ, ਮਿੱਠੀ ਮਿਸ਼ਰੀ ਖੰਡ ਵਰਗੀਏ, ਬਾਬਲ ਵੇੜੇ ਤੂੰ ਚਮਕੀ, ਸੂਰਜ ਬਣ ਕੇ ਚੰਦ ਵਰਗੀਏ। ਬਾਬਲ ਵੇੜੇ ਤੂੰ ਚਮਕੀ, ਸੂਰਜ ਬਣ ਕੇ ਚੰਦ ਵਰਗੀਏ, ਪਰੀਆਂ ਦੇ ਦੇਸੋਂ ਆਈ ਲੱਗਦੀ, ਪਰੀਆਂ ਦੇ ਦੇਸੋਂ ਆਈ ਲੱਗਦੀ, ਕੂਲੇ ਰੇਸ਼ਮ ਦੀ ਤੰਦ ਵਰਗੀਏ, ਹਾਸੇ ਤੇਰੇ ਮਹਿਕਾਂ ਵੰਡਣ, ਹਾਸੇ ਤੇਰੇ ਮਹਿਕਾਂ ਵੰਡਣ, ਵਿਸਮਾਦੀ ਆਨੰਦ ਵਰਗੀਏ, ਮਾਪਿਆਂ ਦਾ ਤੂੰ ਨਾ ਚਮਕਾਈ, ਮਾਪਿਆਂ ਦਾ ਤੂੰ ਨਾ ਚਮਕਾਈ, ਉੱਚੀ ਮੰਜ਼ਲ ਦੇ ਪੰਧ ਵਰਗੀਏ, ਧੀਏ ਨੀ ਗੁਲਕੰਦ ਵਰਗੀਏ, ਧੀਏ ਨੀ ਗੁਲਕੰਦ ਵਰਗੀਏ। ਹਰ ਮੈਦਾਨ ਫਤਿਹ ਕਰ ਜਾਵੀਂ, ਹਰ ਮੈਦਾਨ ਫਤਿਹ ਕਰ ਜਾਵੀਂ, ਸੁਰ ਖਾਬ ਦੇ ਖੰਭ ਵਰਗੀਏ, ਆਪਣੇ ਰੰਗ ਵਿੱਚ ਰੰਗ ਲਈ ਦੁਨੀਆ, ਆਪਣੇ ਰੰਗ ਵਿੱਚ ਰੰਗ ਲਈ ਦੁਨੀਆ, ਸੂਹੇ ਗੁਲਾਬ ਦੇ ਰੰਗ ਵਰਗੀਏ, ਸ਼ਾਲਾ ਲੰਮੀਆਂ ਉਮਰਾਂ ਮਾਣੇ, ਸ਼ਾਲਾ ਲੰਮੀਆਂ ਉਮਰਾਂ ਮਾਣੇ, ਕਿਸੇ ਅਮਰ ਕਵਿਤਾ ਦੇ ਬੰਦ ਵਰਗੀਏ, ਕਿਸੇ ਅਮਰ ਕਵਿਤਾ ਦੇ ਬੰਦ ਵਰਗੀਏ, ਧੀਏ ਨੀ ਗੁਲਕੰਦ ਵਰਗੀਏ। ਧੰਨਵਾਦ ਜੀ। ਵਾਹ ਜੀ, ਬਹੁਤ ਸੋਹਣੀ ਔਰ ਮਿੱਠੀ ਕਵਿਤਾ ਤੁਹਾਡੀ ਮੈਡਮ ਰਣਜੀਤ ਕੌਰ ਜੀ। ਸ਼ੁਕਰੀਆ ਮੈਮ, ਸ਼ੁਕਰੀਆ ਜੀ। ਰਣਜੀਤ ਕੌਰ ਜੀ, ਬਹੁਤ ਹੀ ਵਧੀਆ ਲੱਗੀ ਤੁਹਾਡੀ ਰਚਨਾ। ਵਾਕਈ ਤੁਸੀਂ ਧੀਆਂ ਨੂੰ ਬਹੁਤ ਹੀ ਵਧੀਆ ਸ਼ਬਦਾਂ 'ਚ ਬਿਆਨ ਕੀਤਾ ਮੈਮ। ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਰਚਨਾ ਸੀ ਤੁਹਾਡੀ। ਹਾਂ ਮੈਮ ਜਸਵਿੰਦਰ ਜੀ, ਮੈਨੂੰ ਲੱਗ ਰਿਹਾ ਧੀਆਂ ਦੇ ਉੱਪਰ ਕਵਿਤਾਵਾਂ ਬਹੁਤ ਸੋਹਣੀਆਂ ਸੋਹਣੀਆਂ ਆ ਰਹੀਆਂ ਨੇ। ਸੋ ਇਹ ਆਰਟੀਕਲ ਦੇ ਰੂਪ 'ਚ ਨਾ ਇੱਕ ਕਵਿਤਾ ਦੇ ਮੀਨਜ਼ ਬੁੱਕ ਦੇ ਰੂਪ 'ਚ ਇਹਨੂੰ ਤੁਸੀਂ ਮਾਈਂਡ ਅਪ ਕਰ ਸਕਦੇ ਹੋ। ਸੋ ਬਹੁਤ ਸੋਹਣੀਆਂ ਸੋਹਣੀਆਂ, ਉਮੀਦ ਹੈ ਅੱਗੇ ਵੀ ਆਉਣਗੀਆਂ। ਬਿਲਕੁਲ ਸੋ ਧੀਆਂ ਅਤੇ ਤਰਿੰਕਾਂ ਰੌਣਕ ਹੁੰਦੀਆਂ ਵੇੜੇ ਦੀ, ਹਰ ਪਲ ਖੈਰ ਮਨਾਵਣ ਇਹ ਬਾਬਲ ਦੇ ਵੇੜੇ ਦੀ, ਰੌਣਕ ਕਿਤੇ ਨਾ ਲੱਭਦੀ ਬਾਪੂ ਵਾਲੇ ਵੇੜੇ ਦੀ। ਸੋ ਮੇਰੀ ਅਗਲੀ ਬੇਨਤੀ ਹੈ ਮੈਡਮ ਸੁਖਵਿੰਦਰ ਕੌਰ ਜੀ ਨੂੰ ਕਿ ਉਹ ਆਪਣੀ ਖੂਬਸੂਰਤ ਕਵਿਤਾ ਦਰਸ਼ਕਾਂ ਦੇ ਨਾਲ ਸਾਂਝੀ ਕਰਨ। ਮੈਡਮ ਸੁਖਵਿੰਦਰ ਕੌਰ ਜੀ। ਹੈਲੋ।
ਸੁਖਵਿੰਦਰ ਕੌਰ ਜੀ ਮੈਨੂੰ ਲੱਗਦਾ ਜੁੜੇ ਨਹੀਂ ਹੋਏ ਹੁਣ, ਪਹਿਲਾਂ ਤਾਂ ਉਹ ਇੱਥੇ ਹੀ ਸੀ, ਨਹੀਂ ਹੈਗੇ। ਚਲੋ ਆਪਾਂ ਮੈਡਮ ਰੰਜਨਾ ਸ਼ਰਮਾ ਜੀ ਹੈਗੇ ਨੇ? ਹਾਂਜੀ ਹਾਂਜੀ ਹਾਂ ਮੈਮ ਰੰਜਨਾ ਸ਼ਰਮਾ ਜੀ, ਤੁਸੀਂ ਕਵਿਤਾ ਤੁਸੀਂ ਆਪਣੀ ਪੇਸ਼ ਕਰ ਸਕਦੇ ਹੋ। ਸੋ ਜਿਹੜੇ ਭਾਗੀਦਾਰ ਫਿਲਹਾਲ ਨਹੀਂ ਹੈਗੇ, ਜੇ ਬਾਅਦ ਵਿੱਚ ਆਉਣਗੇ ਤੇ ਪਲੀਜ਼ ਥੋੜਾ ਨੋਟ ਕਰਵਾ ਦੇਣਾ। ਹਾਂਜੀ ਮੈਡਮ ਸ਼ੁਰੂ ਕਰਾਂ? ਹਾਂਜੀ ਹਾਂਜੀ ਮੈਮ ਰੰਜਨਾ ਜੀ। ਹਾਂਜੀ ਹਾਂਜੀ, ਮੇਰੇ ਵੱਲੋਂ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਧੀਆਂ ਕੇ ਸਿੱਕੇ ਗੁਰੂ ਰਾਮਦਾਸ ਜੀ ਦੇ ਉੱਪਰ ਕਵਿਤਾ ਬੋਲਣ ਇਕੱਠੇ ਹੋਏ ਹਾਂ। ਮੈਂ ਜਿਹੜੀ ਕਵਿਤਾ ਲਿਖੀ ਆ, ਇਹ ਅੱਜ ਤੋਂ 20-30 ਵਰ੍ਹੇ ਪਹਿਲਾਂ ਦੀ ਸੋਚ ਸੀਗੀ, ਤੇ ਉਸ ਸੋਚ ਨੂੰ ਅਸੀਂ ਸਾਰਿਆਂ ਨੇ ਰਲ ਕੇ, ਸਾਡੀਆਂ ਭੈਣਾਂ ਨੇ ਰਲ ਕੇ ਹੁਣ ਕਾਫੀ ਚੇਂਜ ਕਰ ਦਿੱਤਾ। ਚਲੋ ਵੇਖਦੇ ਹਾਂ। ਮੇਰੀ ਕਵਿਤਾ ਦਾ ਸਿਰਲੇਖ ਹੈ, ਨੀ ਜਦੋਂ ਮੇਰਾ ਜਨਮ ਹੋਇਆ। ਸ਼ੁਰੂ ਕਰਦੇ ਹਾਂ। ਗੁੜ ਵੰਡਿਆ ਨਾ ਵੰਡੀ ਮਿਠਾਈ, ਨੀ ਜਦੋਂ ਮੇਰਾ ਜਨਮ ਹੋਇਆ। ਰੌਣਕ ਕਿਸੇ ਦੇ ਚਿਹਰੇ ਤੇ ਨਾ ਆਈ, ਨੀ ਜਦੋਂ ਮੇਰਾ ਜਨਮ ਹੋਇਆ। ਮਾਂ ਮੇਰੀ ਪੀੜਾਂ ਭੰਨੀ ਬੈਠੀ ਰੁਸਵਾਈ, ਨੀ ਜਦੋਂ ਮੇਰਾ ਜਨਮ ਹੋਇਆ। ਮਾਂ ਤੂੰ ਆਪ ਵੀ ਤਾਂ ਇੱਕ ਔਰਤ ਹਾਂ, ਮਾਂ ਤੂੰ ਆਪ ਵੀ ਤਾਂ ਇੱਕ ਔਰਤ, ਫਿਰ ਕਿਉਂ ਬੈਠੀ ਮੁਰਝਾਈ। ਉਸਨੇ ਕਮਰਾ ਬੰਦ ਕਰਕੇ ਦਿਲ ਵਾਲੀ ਸਾਂਝ, ਫਿਰ ਦਿਲ ਵਾਲੀ ਸਾਂਝ ਮੇਰੇ ਨਾਲ ਪਾਈ, ਨੀ ਜਦੋਂ ਮੇਰਾ ਜਨਮ ਹੋਇਆ। ਧੀਏ ਤੂੰ ਤਾਂ ਹਾਂ ਮੇਰੇ ਹੀ ਹੱਡ ਮਾਸ ਦੀ ਜਾਈ, ਪਰ ਇਸ ਚੰਦਰੇ ਜੱਗ ਤੋਂ ਤੈਨੂੰ ਮੈਂ ਕਿਵੇਂ ਬਚਾਵਾਂਗੀ। ਮਾਮਾ ਚਾਚਾ ਮਾਸੜ ਕਦੇ ਕਦੀ ਭਰਾ ਤੇ ਪਿਓ ਵਰਗੇ ਦਾਨਵ ਰੂਪੀ ਰਾਵਣਾ ਤੋਂ ਤੇਰੀ ਪੱਤ ਕਿਵੇਂ ਬਚਾਵਾਂਗੀ। ਇਹੀ ਸੋਚਾਂ ਵਿੱਚ ਪਈ ਮਾਂ ਮੇਰੀ ਬੈਠੀ ਕੁਰਲਾਈ, ਨੀ ਜਦੋਂ ਮੇਰਾ ਜਨਮ ਹੋਇਆ। ਜੇ ਇਹਨਾਂ ਤੋਂ ਬਚ ਵੀ ਗਈ ਤਾਂ ਬੇਗਾਨੇ ਇਹਨੂੰ ਕਿਵੇਂ ਜੀਣ ਦੇਣਗੇ। ਕਦੇ ਗੈਸ ਫਟਣ ਦਾ ਬਹਾਨਾ, ਕਦੇ ਕੁਚੱਜੀ ਤੇ ਕਦੇ ਚਰਿੱਤਰਹੀਣ ਕਹਿ, ਰੋਜ਼ ਹੀ ਤੇਰੀ ਆਤਮਾ ਨੂੰ ਲਹੂ ਲਹਾਨ ਕਰਨਗੇ। ਤਾਈਓ ਤਾਂ ਮਾਂ ਮੇਰੀ ਬੈਠੀ ਅੱਜ ਲੜਖੜਾਈ, ਨੀ ਜਦੋਂ ਮੇਰਾ ਜਨਮ ਹੋਇਆ। ਪਰ ਮੈਂ ਉਸਨੂੰ ਕਿਹਾ, ਤੂੰ ਇੱਕ ਮਜ਼ਬੂਤ ਔਰਤ ਤਾਂ ਬਣ, ਆਪਣੇ ਲਈ ਨਾ ਸਹੀ ਮੇਰੇ ਲਈ ਤਾਂ ਲੜ। ਮੈਂ ਤੇਰੇ ਪੁੱਤਾਂ ਵਾਂਗ ਜ਼ਮੀਨਾਂ ਵੰਡਣ ਦੀ ਗੱਲ ਨਹੀਂ ਕਰਾਂਗੀ। ਤੈਨੂੰ ਪਾਲ ਕੇ ਤੇ ਬੁਢਾਪੇ ਵਿੱਚ ਤੈਨੂੰ ਪਾਲ ਕੇ ਕਦੇ ਵੀ ਬਿਰਧ ਆਸ਼ਰਮ ਦੀਆਂ ਦਲੀਜਾਂ ਨਹੀਂ ਕਰਦੀ। ਮੇਰੀਆਂ ਗੱਲਾਂ ਸੁਣ ਕੇ ਉਸਨੇ ਸੱਚੀ ਹੀ ਮੇਰੇ ਨਾਲ ਇੱਕ ਸਾਂਝ ਪਾਈ ਤੇ ਕਿਹਾ, ਮੇਰੀ ਧੀ ਜੀਏਗੀ, ਵਧੇਗੀ ਤੇ ਜਿੱਥੇ ਗਲਤ ਨਹੀਂ ਉੱਥੇ ਉਹ ਕਦੀ ਨਹੀਂ ਝੁਕੇਗੀ। ਪਰਿਵਾਰ ਵਿੱਚ ਉਸਨੂੰ ਸਿਰਫ ਥਾਂ ਹੀ ਨਹੀਂ ਸਗੋਂ ਸਨਮਾਨ ਵੀ ਮਿਲੇਗਾ। ਮੈਂ ਸੱਚੀ ਉਦੋਂ ਸੋਚ ਰਹੀ ਸੀ ਕਿ ਇੱਕ ਜਨਮ ਹੋਇਆ, ਪਰ ਪਤਾ ਨਹੀਂ ਕਿਹਦਾ। ਗੁੜ ਵੰਡਿਆ ਨਾ ਵੰਡੀ ਮਿਠਾਈ, ਨੀ ਜਦੋਂ ਉਹਦਾ ਜਨਮ ਹੋਇਆ। ਧੰਨਵਾਦ। ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ। ਸੂਟ ਮੈਮ, ਬਹੁਤ ਵਧੀਆ ਰਚਨਾ। ਬਹੁਤ ਵਧੀਆ ਬਹੁਤ ਸੋਹਣੀ, ਮੈਮ, ਬਹੁਤ ਹੀ ਵਧੀਆ ਅਹਿਸਾਸ। ਬਹੁਤ ਸੋਹਣੀ, ਬਹੁਤ ਜੋ ਸੋਹਣੀ। ਹਮਾਰੇ ਅੰਦਰ ਹੋਏ ਆ ਉਹਨਾਂ ਨੂੰ ਕੋਈ ਬਿਆਨ ਕਰ ਸਕਦਾ। ਨਾ ਉਹ ਬਾਲਿਆਂ ਵਾਲੀਆਂ ਛੱਤਾਂ, ਨਾ ਉਹ ਆਲਣੇ ਦਿਸਦੇ ਨੇ, ਕੋਠਿਆਂ ਉੱਤੇ ਟਾਵਰ ਲਾਗੇ ਗਲਤ ਨਤੀਜੇ ਦਿਸਦੇ ਨੇ, ਕੁੱਖਾਂ ਵਿੱਚ ਡਾਕਟਰ ਕੱਟਣ ਧੀਆਂ ਜੋ ਲੱਕੜ ਨੂੰ ਆਰੀਏ,
ਪਹਿਲਾਂ ਮੁੱਕੀਆਂ ਚਿੜੀਆਂ ਲੱਗਦਾ ਹੁਣ ਕੁੜੀਆਂ ਦੀ ਵਾਰੀ ਏ। ਸੋ ਮੇਰਾ ਅਗਲਾ ਸੱਦਾ ਹੈ ਮੈਡਮ ਬਲਵਿੰਦਰ ਕੌਰ ਜੀ ਨੂੰ ਕਿ ਉਹ ਆਪਣੀ ਕਵਿਤਾ ਪੇਸ਼ ਕਰਨ। ਮੈਡਮ ਬਲਵਿੰਦਰ ਕੌਰ ਜੀ। ਬਹੁਤ ਡਾਕਟਰ ਧੰਨਵਾਦ। ਹਰਪ੍ਰੀਤ ਕੌਰ ਜੀ ਤੇ ਬਲਵਿੰਦਰ ਮੈਮ, ਮੈਂ ਇੱਥੇ ਥੋੜਾ ਮਾਫੀ ਚਾਹਾਂਗੀ, ਇੰਟਰਪਟ ਕਰ ਰਹੀ ਹਾਂ। ਇਰਾਦੀਪ ਤ੍ਰੇਹਨ ਜੀ, ਅਧਿਅਕਸ਼ ਮਹਿਲਾ ਕਾਵ ਮੰਚ ਪੰਜਾਬ ਇਕਾਈ ਜੀ ਸਾਡੇ ਵਿੱਚ ਸ਼ਾਮਲ ਹੋ ਚੁੱਕੇ ਨੇ, ਸੋ ਮੈਂ ਉਹਨਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਸਾਰੇ ਮੈਂ ਅੰਮ੍ਰਿਤਸਰ ਇਕਾਈ ਵੱਲੋਂ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੇ ਇਹਨਾਂ ਬਲਵਿੰਦਰ ਮੈਮ ਤੋਂ ਬਾਅਦ ਹਰਪ੍ਰੀਤ ਕੌਰ ਜੀ, ਇਰਾਦੀਪ ਜੀ ਬਾਰੇ ਸਾਨੂੰ ਜ਼ਰੂਰ ਚਾਨਣਾ ਪਾਓਗੇ ਤੁਸੀਂ, ਡਾਕਟਰ ਹਰਪ੍ਰੀਤ ਠੀਕ ਹੈ ਕੌਰ ਜੀ। ਮੈਮ। ਹਾਂਜੀ, ਹੁਣ ਕੰਟੀਨਿਊ ਕਰ ਸਕਦੇ ਹਾਂ ਮੈਡਮ ਬਲਵਿੰਦਰ ਕੌਰ ਜੀ। ਹਾਂਜੀ, ਬਲਵਿੰਦਰ ਕੌਰ ਜੀ। ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਸਵਿੰਦਰ ਮੈਮ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਹਮੇਸ਼ਾ ਯਾਦ ਰੱਖਦੇ ਹੋ। ਤੇ ਅੱਜ ਦੀ ਮੇਰੀ ਕਵਿਤਾ ਕੁੜੀਆਂ ਤੇ ਹੈ। ਅਸੀਸ। ਅਸੀਸ ਇਹਨਾਂ ਧੀਆਂ ਨੂੰ ਜੋ ਸਹੁਰੇ ਤੁਰ ਜਾਂਦੀਆਂ ਨੇ, ਅਸੀਸ ਇਹਨਾਂ ਧੀਆਂ ਨੂੰ ਜੋ ਸਹੁਰੇ ਤੁਰ ਜਾਂਦੀਆਂ ਨੇ, ਬਾਬਲ ਦੀ ਪੱਗ ਤੇ ਵੀਰਾਂ ਦਾ ਮਾਣ ਇਹ ਵਧਾਉਂਦੀਆਂ ਨੇ। ਚੰਗੀ ਮਾੜੀ ਗੱਲ ਵਿੱਚ ਵੀ ਸਦਾ ਇਹ ਮੁਸਕਰਾਉਂਦੀਆਂ ਨੇ, ਅਸੀਸ ਇਹਨਾਂ ਧੀਆਂ ਨੂੰ ਜੋ ਸਹੁਰੇ ਤੁਰ ਜਾਂਦੀਆਂ ਨੇ। ਚੁੱਲ੍ਹਾ ਚੌਂਕਾ ਸਾਂਭ ਰਿਸ਼ਤੇ ਇਹ ਸਾਰੇ ਨਿਭਾਉਂਦੀਆਂ ਨੇ, ਸੱਸ ਨੂੰ ਮਾਂ ਜਾਣ ਨਾ ਕਦੇ ਜ਼ੁਬਾਨ ਇਹ ਲੜਾਉਂਦੀਆਂ ਨੇ। ਪਤੀ ਦੀ ਕਰ ਸੇਵਾ ਫਰਜ਼ੇ ਆਪਣਾ ਨਿਭਾਉਂਦੀਆਂ ਨੇ, ਅਸੀਸ ਇਹਨਾਂ ਧੀਆਂ ਨੂੰ ਜੋ ਸਹੁਰੇ ਤੁਰ ਜਾਂਦੀਆਂ ਨੇ। ਪੇਕਿਆਂ ਨੂੰ ਭੁੱਲ ਸਹੁਰਿਆਂ ਦਾ ਮਾਣ ਇਹ ਵਧਾਉਂਦੀਆਂ ਨੇ, ਹੋਵੇ ਕੋਈ ਦੁੱਖ ਸੁੱਖ ਮਨ ਆਪਣੇ ਨੂੰ ਸਮਝਾਉਂਦੀਆਂ ਨੇ, ਕਰਕੇ ਸੇਵਾ ਸਹੁਰਿਆਂ ਦੀ ਕਦਰ ਇਹ ਆਪਣੀ ਵਧਾਉਂਦੀਆਂ ਨੇ, ਅਸੀਸ ਇਹਨਾਂ ਧੀਆਂ ਨੂੰ ਜੋ ਸਹੁਰੇ ਤੁਰ ਜਾਂਦੀਆਂ ਨੇ। ਭੁੱਖੇ ਪੈ ਜਾਵੇ ਜੀ ਤੇ ਦਿਲੋਂ ਇਹ ਮੁਸਕਰਾਉਂਦੀਆਂ ਨੇ, ਕਰਕੇ ਪਾਠ ਪੂਜਾ ਫਿਰ ਰਸੋਈ ਵੱਲ ਜਾਂਦੀਆਂ ਨੇ, ਬਣਾ ਕੇ ਸ਼ਾਂਤ ਮਨ ਨਾਲ ਖਾਣਾ ਪਿਆਰ ਨਾਲ ਸਭ ਨੂੰ ਇਹ ਖਵਾਉਂਦੀਆਂ ਨੇ, ਅਸੀਸ ਇਹਨਾਂ ਧੀਆਂ ਨੂੰ ਜੋ ਸਹੁਰੇ ਤੁਰ ਜਾਂਦੀਆਂ ਨੇ। ਇਹ ਬਾਬਲ ਦੀਆਂ ਚਿੜੀਆਂ ਕਦੋਂ ਸਿਆਣੀਆਂ ਮਾਵਾਂ ਬਣ ਜਾਂਦੀਆਂ ਨੇ, ਹਰ ਸ਼ੌਂਕ ਪੂਰੇ ਕਰਦਾ ਬਾਬਲ, ਮਾਂ ਦੇ ਕਲੇਜੇ ਠੰਡੇ ਪਾਉਂਦੀਆਂ ਨੇ, ਅੱਖਾਂ 'ਚ ਭਰ ਕੇ ਹੰਝੂ ਪੇਕਿਆਂ ਤੋਂ ਸਹੁਰੇ ਵੱਲ ਚਾਲੇ ਪਾਉਂਦੀਆਂ ਨੇ, ਅਸੀਸ ਇਹਨਾਂ ਧੀਆਂ ਨੂੰ ਜੋ ਸਹੁਰੇ ਤੁਰ ਜਾਂਦੀਆਂ ਨੇ। ਕਹਿੰਦੀ ਹੈ ਬਲ ਇੱਕ ਔਰਤ ਬਣਨਾ ਇਤਨਾ ਆਸਾਨ ਨਹੀਂ ਹੁੰਦਾ, ਕਹਿੰਦੀ ਹੈ ਬਲ ਇੱਕ ਔਰਤ ਬਣਨਾ ਇਤਨਾ ਆਸਾਨ ਨਹੀਂ ਹੁੰਦਾ, ਮਾਰ ਕੇ ਆਪਣੀਆਂ ਖੁਆਇਸ਼ਾਂ ਨੂੰ ਜੀਣਾ ਵੀ ਆਸਾਨ ਨਹੀਂ ਹੁੰਦਾ, ਪਰ ਇਹ ਧੀਆਂ ਆਪਣਾ ਹਰ ਫਰਜ਼ ਨਿਭਾਉਂਦੀਆਂ ਨੇ, ਭੈਣ ਪਤਨੀ ਤੇ ਬਣ ਕੇ ਮਾਂ ਇਹ ਸਮਾਜ ਨੂੰ ਅੱਗੇ ਵਧਾਉਂਦੀਆਂ ਨੇ, ਇਹ ਸਮਾਜ ਨੂੰ ਅੱਗੇ ਵਧਾਉਂਦੀਆਂ ਨੇ, ਅਸੀਸ ਇਹਨਾਂ ਧੀਆਂ ਨੂੰ ਜੋ ਸਹੁਰੇ ਤੁਰ ਜਾਂਦੀਆਂ ਨੇ, ਜੋ ਸਹੁਰੇ ਤੁਰ ਜਾਂਦੀਆਂ ਨੇ। ਧੰਨਵਾਦ ਜੀ। ਬਹੁਤ ਵਧੀਆ ਮੈਡਮ ਬਲਵਿੰਦਰ ਕੌਰ ਜੀ। ਮੈਂ ਤੇ ਸ਼ੁਰੂ 'ਚ ਹੀ ਕਿਹਾ ਸੀ ਕਿ ਅੱਜ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਸੋ ਉਹ ਹੀ ਸਾਨੂੰ ਧੀਆਂ ਨੂੰ ਆਪਣੀ ਅਸ਼ੀਸ਼ ਦੇਣ ਤੇ ਮੇਰ ਭਰਿਆ ਹੱਥ ਸਾਰੀਆਂ ਧੀਆਂ ਦੇ ਸਿਰ ਤੇ ਰੱਖਣ। ਸੋ ਫੁੱਲ ਵੀ ਖਲੋ ਜਾਂਦੇ ਨੇ, ਫੁੱਲ ਵੀ ਥੈਂਕ ਯੂ ਮੈਮ, ਥੈਂਕ ਯੂ। ਫੁੱਲ ਵੀ ਖਲੋ ਜਾਂਦੇ ਨੇ ਸਾਰੇ ਨੀਵੀਆਂ ਪਾ ਕੇ, ਉਸਨੇ ਖੁਦ ਨੂੰ ਜਦੋਂ ਸ਼ਿੰਗਾਰਿਆ ਹੁੰਦਾ। ਮੈਡਮ ਇਰਾਦੀਪ ਕੌਰ SCD ਗਵਰਨਮੈਂਟ ਕਾਲਜ ਲੁਧਿਆਣਾ ਵਿਖੇ ਐਜ ਏ ਅਸਿਸਟੈਂਟ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਉਹਨਾਂ ਨੇ ਇਕਨੋਮਿਕਸ ਅਤੇ ਸਾਈਕੋਲੋਜੀ ਦੇ ਵਿੱਚ ਮਾਸਟਰ ਡਿਗਰੀ ਕੀਤੀ ਹੈ, ਸੋ ਇਕਨੋਮਿਕਸ ਬਹੁਤ ਟਫ ਸਬਜੈਕਟ ਹੈਗਾ ਏ। 20 ਸਾਲਾਂ ਦਾ ਉਹਨਾਂ ਦਾ ਜੀ ਸਭ ਦੇ ਮਾਈਕ ਮਿਊਟ ਕਰਵਾਓ, ਆਵਾਜ਼ ਕਲੀਅਰ ਨਹੀਂ ਆ ਰਹੀ, ਸਭ ਦੇ ਮਾਈਕ ਮਿਊਟ ਕਰਵਾਓ। ਪਲੀਜ਼ ਪਾਰਟਿਸਿਪੈਂਟਸ ਮਿਊਟ yourself। ਆਪਣੇ ਮਾਈਕ ਜਿਹੜੇ ਨੇ ਉਹਨਾਂ ਨੂੰ ਮਿਊਟ ਕਰ ਲਓ, ਕਿਉਂਕਿ ਸੈਮੀਨਾਰ ਬਹੁਤ ਸੋਹਣਾ ਚੱਲ ਰਿਹਾ ਹੈ, ਵਿਸ਼ਾ ਬਹੁਤ ਸੋਹਣਾ ਹੈ ਧੀਆਂ। ਸੋ ਮੈਂ ਗੱਲ ਕਰ ਰਹੀ ਸੀ ਮੈਡਮ ਇਰਾਦੀਪ, ਉਹਨਾਂ ਨੇ 2 MA ਕੀਤੀਆਂ ਨੇ ਇਕਨੋਮਿਕਸ ਐਂਡ ਸਾਈਕੋਲੋਜੀ ਵਾਲੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਧੀਆਂ ਦੀ ਫੀਲਿੰਗ ਸਮਝਦੇ ਨੇ।
ਇਸ ਤੋਂ ਇਲਾਵਾ ਉਹਨਾਂ ਦਾ 20 ਸਾਲਾਂ ਦਾ ਐਜ਼ ਏ ਟੀਚਿੰਗ ਐਕਸਪੀਰੀਅੰਸ ਵੀ ਹੈ। ਸੋ ਵੱਖ-ਵੱਖ ਮੈਗਜ਼ੀਨਸ ਦੇ ਵਿੱਚ, ਨਿਊਜ਼ਪੇਪਰ ਔਰ ਬੁੱਕਸ ਦੇ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਛਪ ਚੁੱਕੀਆਂ ਨੇ ਤੇ ਬਹੁਤ ਸਾਰੇ ਮਤਲਬ ਕਿ ਜਿੰਨੀਆਂ ਵੀ ਸੋਸ਼ਲ ਐਕਟੀਵਿਟੀਜ਼ ਨੇ, ਕਲਚਰ ਐਕਟੀਵਿਟੀਜ਼ ਦੇ ਵਿੱਚ ਕਾਫੀ ਉਹ ਸਰਗਰਮ ਰਹਿੰਦੇ ਨੇ, ਐਕਟਿਵ ਰਹਿੰਦੇ ਨੇ। ਰੈੱਡ ਰਿਬਨ ਕਲੱਬ ਐਂਡ NSS ਗਰਲਜ਼ ਵਿੰਗ ਦੇ ਕੋ ਕਨਵੀਨਰ ਵੀ ਨੇ। ਸੋ ਇਹੋ ਜਿਹੀ ਮਹਾਨ ਸ਼ਖਸੀਅਤ ਨੂੰ ਮੈਡਮ ਜਸਵਿੰਦਰ ਜੀ ਨੇ ਲੱਭ ਕੇ ਲਿਆਂਦਾ ਹੈ। ਸਾਡੇ ਬੜੇ ਵਧੀਆ ਭਾਗ ਨੇ ਕਿ ਅਸੀਂ ਇੱਕ ਗ੍ਰੇਟ ਸ਼ਖਸੀਅਤ ਦੇ ਜਿਹੜਾ ਰੂਬਰੂ ਹੋ ਰਹੇ ਹਾਂ। ਸੋ ਮੈਂ ਬੇਨਤੀ ਕਰਦੀ ਹਾਂ ਮੈਡਮ ਜਸਵਿੰਦਰ ਕੌਰ ਜੀ ਨੂੰ, ਜੋ ਪ੍ਰਧਾਨ ਨੇ ਰਾਸ਼ਟਰੀ ਮਹਿਲਾ ਕਾਮ ਮੰਚ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਜੀ ਦਾ ਰਸਮੀ ਸਵਾਗਤ ਕਰਨ। ਮੈਡਮ ਜਸਵਿੰਦਰ ਕੌਰ ਜੀ। ਸ਼ੁਕਰੀਆ ਜੀ। ਮੈਮ ਇਰਾਦੀਪ ਤ੍ਰੇਹਨ ਜੀ, ਅਸੀਂ ਤੁਹਾਡਾ ਤਹਿ ਦਿਲੋਂ ਅੱਜ ਦੇ ਕਵੀ ਦਰਬਾਰ ਵਿੱਚ ਸਵਾਗਤ ਕਰਦੇ ਹਾਂ। ਸਾਰੀ ਅੰਮ੍ਰਿਤਸਰ ਇਕਾਈ ਵੱਲੋਂ ਆਪ ਜੀ ਦਾ ਤਹਿ ਦਿਲੋਂ ਸਵਾਗਤ ਹੈ। ਸੋ ਤੁਸੀਂ ਆਪਣੇ ਰਚਨਾਵਾਂ ਵੀ ਸਾਡੇ ਨਾਲ ਸਾਂਝ ਪਾਣੀ ਰਚਨਾਵਾਂ ਦੀ, ਔਰ ਸਾਨੂੰ ਵੀ ਦੱਸਣਾ ਜੋ ਵੀ ਕਮੀ ਪੇਸ਼ੀ ਹੋਵੇ, ਤਾਂ ਕਿ ਅਸੀਂ ਆਪਣੇ ਕਵੀ ਦਰਬਾਰ 'ਚ ਸੁਧਾਰ ਕਰ ਸਕੀਏ ਤੇ ਹੋਰ ਵੀ ਵਧੀਆ ਪ੍ਰੋਗਰਾਮ ਕਰ ਸਕੀਏ। ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਬਹੁਤ ਧੰਨਵਾਦ ਇੱਥੇ ਬੁਲਾਇਆ। ਮੈਂ ਹਾਲ ਵਿੱਚੋਂ ਜੀ ਕੱਲ ਹੀ ਹਸਪੀਟਲ ਤੋਂ ਛੁੱਟ ਕੇ ਆਈ ਹਾਂ ਤੇ ਰੱਬ ਨੇ ਮੈਨੂੰ ਬਚਾਇਆ ਹੈ। ਪਹਿਲਾਂ ਤਾਂ ਮੈਂ ਜਿਹੜਾ ਰੱਬ ਅੱਜ ਗੁਰਪੁਰਬ ਦੇ ਮੌਕੇ ਤੇ ਰੱਬ ਦਾ ਸ਼ੁਕਰੀਆ ਕਰਦੀ ਹੋਈ ਤੇ ਤੁਹਾਡਾ ਇਹ ਥੀਮ ਜਿਹੜਾ ਕੁੜੀਆਂ ਵਾਲਾ, ਉਹਦੇ ਨਾਲ ਜੁੜਨ ਲਈ ਤੁਹਾਡਾ ਖਾਸ ਸ਼ੁਕਰੀਆ। ਮੈਨੂੰ ਜ਼ਿੰਦਗੀ ਦੇ ਇਸ ਦੁਆਰ ਤੇ ਤੁਸੀਂ ਅੱਜ ਬੁਲਾਇਆ ਹੈ, ਇਸ ਲਈ ਇਹ ਮੇਰੇ ਲਈ ਬਹੁਤ ਖਾਸ ਮੌਕਾ ਹੈ। ਤੇ ਸਭ ਨੂੰ, ਤੁਹਾਡੇ ਸਾਰੇ ਕਵੀ ਦਰਬਾਰ ਨੂੰ ਬਹੁਤ ਮੁਬਾਰਕਾਂ ਧੀਆਂ ਦਾ ਤੇ ਗੁਰੂ ਰਾਮਦਾਸ ਜੀ ਦੇ ਪੁਰਬ ਨੂੰ, ਜਿਹੜਾ ਤੁਸੀਂ ਬਹੁਤ ਮਹਾਨ ਪੁਰਬ ਨੂੰ ਸੈਲੀਬ੍ਰੇਟ ਕਰ ਰਹੇ ਹੋ, ਉਹਦੇ ਲਈ ਤੁਹਾਨੂੰ ਸਭ ਨੂੰ ਮੁਬਾਰਕਾਂ। ਔਰ ਵਿਸ਼ਾ ਵੀ ਬਹੁਤ ਵਧੀਆ ਚੁਣਿਆ ਤੇ ਜਿੰਨੀਆਂ ਹਜੇ ਤੱਕ ਸੁਣੀਆਂ ਨੇ 2 ਕਵਿਤਾਵਾਂ ਬਹੁਤ ਸੁਣੀਆਂ। ਸ਼ੁਕਰੀਆ ਜੀ। ਹੋਵੇ ਲੰਡਨ ਜਾਂ ਅਮਰੀਕਾ, ਉਹੀ ਬੋਲੀ ਉਹੀ ਸਲੀਕਾ, ਵੈਸਟਰਨ ਉੱਤੇ ਡੁੱਲਦੀ ਨਾ, ਜਿੱਥੇ ਮਰਜੀ ਰਹੇ ਪੰਜਾਬਣ, ਆਪਣਾ ਵਿਰਸਾ ਭੁੱਲਦੀ ਨਾ। ਸੋ ਮੈਂ ਬੇਨਤੀ ਕਰਦੀ ਹਾਂ ਮੈਡਮ ਇਰਾਦੀਪ ਜੀ ਨੂੰ ਕਿ ਉਹ ਆਪਣੀ ਖੂਬਸੂਰਤ ਰਚਨਾ ਦਰਸ਼ਕਾਂ ਦੇ ਨਾਲ ਸਾਂਝੀ ਕਰਨ। ਮੈਡਮ ਇਰਾਦੀਪ ਜੀ। ਬਹੁਤ ਸ਼ੁਕਰੀਆ ਜੀ। ਅੱਜ ਮੈਂ ਧੀਆਂ ਦੇ ਉੱਤੇ ਹੀ ਰਚਨਾ ਪੜਾਂਗੀ ਕਿਉਂਕਿ ਵਿਸ਼ਾ ਤੁਸੀਂ ਉਹ ਦਿੱਤਾ ਹੈ। ਮੇਰੀ ਰਚਨਾ ਦਾ ਨਾਮ ਹੈ ਅੱਗੇ ਹੀ ਵਧਾਂ। ਇੱਕ ਮਾਸ ਦਾ ਟੁਕੜਾ ਇੱਕ ਔਰਤ, ਇੱਕ ਮਾਸ ਦਾ ਟੁਕੜਾ ਇੱਕ ਔਰਤ, ਕੁੱਤਾ ਬਾਹਰ ਗਲੀ ਵਿੱਚ ਖਲੋਤਾ ਮੇਰੀ ਉਡੀਕ ਕਰ ਰਿਹਾ ਹੈ। ਇੱਕ ਘਰ ਰੂਪੀ ਪਿੰਜਰਾ ਮੈਨੂੰ ਕੈਦ ਕਰ ਰਿਹਾ ਹੈ। ਮੈਂ ਕੈਦੀ ਬਣ ਰਵਾਂ ਜਾਂ ਆਪਣੀ ਬੋਟੀ ਬੋਟੀ ਨੋਚਣ ਦੀ ਪੀੜ ਸਵਾਂ। ਮੈਂ ਕੈਦੀ ਬਣ ਰਵਾਂ ਜਾਂ ਆਪਣੀ ਬੋਟੀ ਬੋਟੀ ਨੋਚਣ ਦੀ ਪੀੜ ਸਵਾਂ। ਮੇਰਾ ਜੇਰਾ ਹੁਣ ਮੁੱਕ ਚੁੱਕਾ ਹੈ, ਅੱਗੇ ਹਰ ਮੋੜ ਤੇ ਸਲੀਬਾਂ, ਪਿੱਛੇ ਕੈਦ ਦੀਆਂ ਜੰਜੀਰਾਂ। ਅੱਗੇ ਹਰ ਮੋੜ ਤੇ ਸਲੀਬਾਂ, ਪਿੱਛੇ ਕੈਦ ਦੀਆਂ ਜੰਜੀਰਾਂ। ਮੈਨੂੰ ਮੇਰਾ ਰਾਹ ਆਪ ਬਣਾਉਣਾ ਪੈਣਾ, ਇਹ ਜ਼ਬਰ ਹੁਣ ਹੋਰ ਨਹੀਂ, ਫੈਸਲਾ ਸੁਣਾਉਣਾ ਪੈਣਾ। ਹੁਣ ਜਿਸ ਰਾਹ ਵੱਲ ਮੈਂ ਤੁਰਾਂਗੀ, ਕਾਫਿਲੇ ਮੇਰੇ ਮਗਰ ਹੋਣਗੇ। ਜਿਨ੍ਹਾਂ ਖੂਨ ਦੇ ਅਥਰੂਆਂ ਚ ਭਿਗੋਇਆ ਮੈਨੂੰ ਅੱਜ, ਉਹ ਰੋਣਗੇ। ਤੂੰ ਕੁੱਤਾਪਨ ਨਹੀਂ ਛੱਡਣਾ ਨਾ, ਮੈਂ ਹੱਡੀ ਬਣ ਕੇ ਗਲ ਵਿੱਚ ਰੜਕਾਂ। ਤੂੰ ਕੁੱਤਾਪਨ ਨਹੀਂ ਛੱਡਣਾ ਨਾ, ਮੈਂ ਹੱਡੀ ਬਣ ਕੇ ਗਲ ਵਿੱਚ ਰੜਕਾਂਗੀ। ਪਰ ਹੁਣ ਬਾਹਰ ਨਿਕਲ ਕੇ ਇੱਕ ਆਸ ਦੀ ਜੋਤ ਜਗਾਵਾਂਗੀ। ਪਰ ਹੁਣ ਬਾਹਰ ਨਿਕਲ ਕੇ ਇੱਕ ਆਸ ਦੀ ਜੋਤ ਜਗਾਵਾਂਗੀ। ਹਾਂ, ਇਹ ਹੋਰ ਨਹੀਂ ਜ਼ਬਰ, ਇਹ ਹੋਰ ਨਹੀਂ ਜ਼ਬਰ। ਜਿਨ੍ਹਾਂ ਖੂਨ ਦੇ ਅਥਰੂਆਂ ਚ ਭਿਗੋਇਆ ਹੈ ਮੈਨੂੰ ਅੱਜ, ਉਹ ਰੋਣਗੇ। ਤੂੰ ਕੁੱਤਾਪਨ ਨਹੀਂ ਛੱਡਣਾ ਨਾ, ਮੈਂ ਹੱਡੀ ਬਣ ਕੇ ਗਲ ਵਿੱਚ ਰੜਕਾਂਗੀ। ਪਰ ਹੁਣ ਬਾਹਰ ਨਿਕਲ ਕੇ ਇੱਕ ਆਸ ਦੀ ਨਵੀਂ ਜੋਤ ਜਗਾਵਾਂਗੀ। ਖੁਦ ਨੂੰ ਰੁਸ਼ਨਾਵਾਂਗੀ, ਪੂਰੀ ਨੁਹਾਰ ਬਦਲ ਜਾਵਾਂਗੀ। ਜੇ ਲੱਗਦੀ ਹੈ ਤੇਰੇ ਵਿੱਚ ਮੇਰੇ ਅੱਗੇ ਵਧਣ ਦੀ ਅੱਗ, ਤਾਂ ਬਲਦੀ ਤੇ ਤੇਲ ਪਾਵਾਂਗੀ। ਤੈਨੂੰ ਕੱਢਿਆ ਢਿੱਡ ਤੋਂ ਤੇ ਤੂੰ ਮਾਰੀਆਂ ਠੂਠਾਂ, ਮੈਂ ਤੈਨੂੰ ਤੇਰੀ ਔਕਾਤ ਦਿਖਾਵਾਂਗੀ। ਹਾਂ, ਮੈਂ ਆਪਣਾ ਰਸਤਾ ਅੱਗੇ ਹੀ ਬਣਾਵਾਂਗੀ, ਅੱਗੇ ਹੀ
ਬਹੁਤ ਵਧੀਆ ਇੱਕ ਬਹੁਤ ਸੋਹਣੇ ਸ਼ਬਦਾਂ ਨਾਲ ਇੱਕ ਔਰਤ ਨੂੰ ਹਲੂਣਾ ਦਿੱਤਾ ਏ ਕਿ ਇੱਕ ਵਿਚਾਰੀ ਨਾ ਬਣ, ਇੱਕ ਹਿੰਮਤ ਕਰ, ਅੱਗੇ ਵੱਧ। ਸੋ ਬਹੁਤ ਸੋਹਣੀ ਰਚਨਾ ਮੈਡਮ ਇਰਾਦੀਪ ਜੀ ਦੀ। ਸੋ ਮੈਂ ਬਿਲਕੁਲ ਜੀ, ਤੁਹਾਡਾ ਅੱਜ ਦੀ ਨਾਰੀ ਨੂੰ ਇਹੋ ਜੀ ਪ੍ਰੇਰਨਾ ਦੀ ਬਹੁਤ ਲੋੜ ਹੈ। ਕ੍ਰਾਂਤੀਕਾਰੀ ਹੋਣਾ ਪਏਗਾ ਜੋ ਅੱਜ ਦਾ ਸਮਾਂ ਹੈ, ਤੇ ਔਰਤ ਨੂੰ ਇਹਨਾਂ ਪ੍ਰੇਰਨਾਦਾਇਕ ਕਵਿਤਾਵਾਂ ਦਾ ਸੁਣਨਾ ਬਹੁਤ ਹੀ ਜ਼ਰੂਰੀ ਹੈ। ਬਹੁਤ ਵਧੀਆ ਵਿਚਾਰ ਮੈਮ, ਧੰਨਵਾਦ। ਬੁੱਢੇ ਮਾਪੇ ਬੋੜਾਂ ਦੀਆਂ ਛਾਵਾਂ ਹੁੰਦੇ ਨੇ, ਅੰਮਾ ਜਾਏ ਸੱਜੀਆਂ ਖੱਬੀਆਂ ਬਾਹਵਾਂ ਹੁੰਦੇ ਨੇ। ਧੀਆਂ ਤੋਂ ਵੱਧ ਕੇ ਕਿਹੜੀ ਰਿਸ਼ਤੇਦਾਰੀ ਨੇੜੇ ਦੀ, ਰੌਣਕ ਕਿਤੇ ਨਾ ਲੱਭਣੀ ਬਾਪੂ ਵਾਲੇ ਵਿਹੜੇ ਦੀ। ਸੋ ਮੇਰੀ ਅਗਲੀ ਬੇਨਤੀ ਹੈ ਡਾਕਟਰ ਸੁਨੀਤ ਮੈਦਾਨ ਜੀ ਨੂੰ ਕਿ ਉਹ ਆਪਣੀ ਕਵਿਤਾ ਪੇਸ਼ ਕਰਨ। ਡਾਕਟਰ ਸੁਨੀਤ ਮੈਦਾਨ ਜੀ। ਉਹ ਕਿਸੇ ਕਾਨਫਰੰਸ 'ਚ ਬਿਜ਼ੀ ਨੇ ਤੇ ਉਹ ਆ ਨਹੀਂ ਪਾਏ। ਇੱਕ ਬੀਰਿੰਦਰ ਸਰਾਂ ਜੀ, ਉਹ ਵੀ ਨੋਟ ਕਰ ਲਓ, ਠੀਕ ਉਹ ਹੈ ਵੀ ਮੈਮ, ਸ਼ਾਮਲ ਨਹੀਂ ਹੋ ਪਾਏ। ਠੀਕ ਹੈ ਜੀ। ਕੱਤਣਾ ਵੀ ਭੁੱਲੀਆਂ ਤੇ ਛੱਟਣਾ ਵੀ ਭੁੱਲੀਆਂ, ਤੁਸੀਂ ਪਾ ਕੇ ਗਿੱਧੇ 'ਚ ਬੋਲੀ ਚੱਖਣਾ ਵੀ ਭੁੱਲੀਆਂ। ਭੁੱਲੀਆਂ ਮਜਾਜ ਤੇ ਮਜਾਜਣਾ, ਨੀ ਕੁੜੀਓ ਤੁਸੀਂ ਕਾਹਦੀਆਂ ਪੰਜਾਬਣਾ। ਸੋ ਮੇਰਾ ਅਗਲਾ ਸੱਦਾ ਹੈ ਮੈਡਮ ਜਤਿੰਦਰ ਕੌਰ ਜੀ ਨੂੰ ਕਿ ਉਹ ਆਪਣੀ ਕਵਿਤਾ ਪੇਸ਼ ਕਰਨ। ਮੈਡਮ ਜਤਿੰਦਰ ਕੌਰ ਜੀ। ਮੇਰੇ ਵੱਲੋਂ ਸਾਰੇ ਹੀ ਮੈਂਬਰ ਸਾਹਿਬਾਨ ਜੀ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਧੀਆਂ। ਵਿਹੜੇ ਦੀ ਕਿਲਕਾਰੀ ਧੀਆਂ, ਵਿਹੜੇ ਦੀ ਕਿਲਕਾਰੀ ਧੀਆਂ, ਬਾਪ ਦੇ ਚਿਹਰੇ ਦੀ ਮੁਸਕਰਾਹਟ ਧੀਆਂ, ਮਾਂ ਦੀ ਪਰਛਾਈ ਧੀਆਂ, ਵੀਰ ਦੇ ਗੁੱਟ ਦਾ ਸ਼ਿੰਗਾਰ ਧੀਆਂ, ਹਰ ਕੰਮ ਕਰਨ ਚਾਈ ਚਾਈ ਧੀਆਂ, ਹਰ ਖੇਤਰ ਵਿੱਚ ਮੱਲਾਂ ਮਾਰਨ ਧੀਆਂ, ਹਰ ਖੇਤਰ ਵਿੱਚ ਮੱਲਾਂ ਮਾਰਨ ਧੀਆਂ, ਪੁੱਤਰਾਂ ਵਾਂਗ ਹਰ ਕੰਮ ਕਰਨ ਧੀਆਂ, ਬੁੱਢੇ ਮਾਂ ਬਾਪ ਦਾ ਬਣਨ ਸਹਾਰਾ ਧੀਆਂ, ਵਿਹੜੇ ਦੀ ਕਿਲਕਾਰੀ ਧੀਆਂ, ਵਿਹੜੇ ਦੀ ਕਿਲਕਾਰੀ ਧੀਆਂ, ਲక్ష్ਮੀ ਦਾ ਦੂਜਾ ਰੂਪ ਹੈ ਧੀਆਂ, ਫਿਰ ਮੱਥੇ ਵਟ ਪਾਉਣ ਕਿਉਂ, ਧੀ ਆਉਣ ਤੇ ਸੋਗ ਮਨਾਉਣ ਕਿਉਂ, ਜੀ ਆਇਆਂ ਕਹਿ ਕੇ ਸਤਿਕਾਰ ਕਰੀਏ, ਧੀਆਂ ਨਾਲ ਪਿਆਰ ਕਰੀਏ, ਧੀਆਂ ਨੂੰ ਸਨਮਾਨ ਦਈਏ, ਵਿਹੜੇ ਦੀ ਕਿਲਕਾਰੀ ਧੀਆਂ, ਬਾਪ ਦੇ ਚਿਹਰੇ ਦੀ ਮੁਸਕਰਾਹਟ ਧੀਆਂ, ਵਿਹੜੇ ਦੀ ਕਿਲਕਾਰੀ ਧੀਆਂ। ਧੰਨਵਾਦ ਜੀ। ਬਹੁਤ ਵਧੀਆ ਮੈਡਮ ਜਤਿੰਦਰ ਜੀ। ਧੀ ਤੇ ਬਹੁਤ ਕਿਲਕਾਰੀ ਵਿਹੜੇ ਬਹੁਤ ਵਧੀਆ 'ਚ ਜੀ, ਆਵਾਜ਼ ਵੀ ਸੋਹਣੀ ਹੈ, ਕਿਲਕਾਰੀ ਵੀ ਥੈਂਕ ਸੋਹਣੀ ਯੂ ਜੀ, ਥੈਂਕ ਯੂ ਜੀ, ਧੀ ਤੇ ਕਿਲਕਾਰੀ ਫੇਰ ਹੀ ਧੰਨਵਾਦ ਜੀ। ਮਾਰੇਗੀ ਜੇ ਕਿਤੇ ਮਾਂ ਹਿੰਮਤ ਕਰੇਗੀ, ਕਿਉਂਕਿ ਇੱਕ ਮਾਂ ਦੀ ਹਿੰਮਤ ਹੀ ਉਹਨੂੰ ਕਿਲਕਾਰੀਆਂ ਤੱਕ ਪਹੁੰਚਾ ਸਕਦੀ ਹੈ। ਬਹੁਤ ਖੂਬਸੂਰਤ ਮੈਡਮ ਜਤਿੰਦਰ ਕੌਰ ਜੀ। ਸਾਂਭੀਆਂ ਸੰਦੂਕ ਵਿੱਚ ਪਈਆਂ ਫੁਲਕਾਰੀਆਂ, ਨਿਮਾਏ ਤੇਰੇ ਮੋਹ ਦੀਆਂ ਤੰਦਾਂ ਬਹੁਤ ਪਿਆਰੀਆਂ। ਸੋ ਮੇਰੀ ਅਗਲੀ ਬੇਨਤੀ ਹੈ ਮੈਡਮ ਰਣਜੀਤ ਕੌਰ ਬਾਜਵਾ ਜੀ ਨੂੰ ਕਿ ਉਹ ਆਪਣੀ ਕਵਿਤਾ ਪੇਸ਼ ਕਰਨ। ਮੈਡਮ ਰਣਜੀਤ ਕੌਰ ਬਾਜਵਾ ਜੀ। ਮੈਡਮ ਰਣਜੀਤ ਕੌਰ ਬਾਜਵਾ ਜੀ। ਸੋ ਸਾਂਭੀਆਂ ਸੰਦੂਕ ਵਿੱਚ ਪਈਆਂ ਫੁਲਕਾਰੀਆਂ, ਨਿਮਾਏ ਤੇਰੇ ਮੋਹ ਦੀਆਂ ਤੰਦਾਂ ਬਹੁਤ ਪਿਆਰੀਆਂ। ਬੜੀ ਪਿਆਰੀ। ਸੋ ਮੈਡਮ ਰਣਜੀਤ ਜੀ ਹੈਗੇ ਨੇ। ਸੋ ਮੈਂ ਉਸ ਤੋਂ ਬਾਅਦ ਦੂਸਰੇ ਮੈਡਮ ਤੁਸੀਂ ਹੋਰ ਬੁਲਾ ਲਓ ਕਿਸੇ ਨੂੰ। ਹਾਂਜੀ
ਕਮੀਜ਼ਾਂ ਸਿਲਕ ਦੀਆਂ ਇਹ ਦਿੱਲੀਓਂ ਆਈਆਂ ਨੇ, ਸੱਸਾਂ ਬੇਗਾਨੜੀਆਂ ਜਿਨ੍ਹਾਂ ਗਲੋਂ ਲੁਹਾਈਆਂ ਨੇ, ਮਾਵਾਂ ਆਪਣੀਆਂ ਜਿਨ੍ਹਾਂ ਰੀਝਾਂ ਲਾਈਆਂ ਨੇ। ਸੋ ਮੇਰੀ ਬੇਨਤੀ ਹੈ ਮੈਡਮ ਮਨਪ੍ਰੀਤ ਕੌਰ ਜੀ ਨੂੰ ਕਿ ਉਹ ਆਪਣੀ ਕਵਿਤਾ ਪੇਸ਼ ਕਰਨ। ਮੈਡਮ ਮਨਪ੍ਰੀਤ ਕੌਰ ਜੀ। ਮਨਪ੍ਰੀਤ ਕੌਰ ਜੀ। ਸੋ ਅੱਜ ਥੋੜਾ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਹੋਣ ਕਰਕੇ ਸਾਡੇ ਕਾਫੀ ਭਾਗੀਦਾਰ ਵਿੱਚੋਂ ਥੋੜੇ ਬਿਜ਼ੀ ਸੀਗੇ। तो मैडम मनप्रीत कौर जी मेरी आवाज सुन हाँ जी, हाँ जी, आवाज आ रही है जी? हाँ जी, हाँ जी मैम। हाँ जी, सत श्री अकाल जी। हाँ जी प्रोग्राम ਦੇ ਸੰਚਾਲਕ ਔਰ ਸਾਰੇ ਮੈਂਬਰ ਸਹਿਬਾਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੀ ਕਵਿਤਾ ਦਾ ਵਿਸ਼ਾ ਹੈ ਧੀਆਂ ਹੀ ਕਿਉਂ ਪਰਾਈਆਂ। ਜੰਮਦਿਆਂ ਹੀ ਕਰ ਧੀਆਂ ਦਾ ਕਿਉਂ ਹੋ ਜਾਂਦਾ ਬੇਗਾਨਾ ਏ। ਜੰਮਦਿਆਂ ਹੀ ਕਰ ਧੀਆਂ ਦਾ ਕਿਉਂ ਹੋ ਜਾਂਦਾ ਬੇਗਾਨਾ ਏ। ਹਰ ਬੇਟੀ ਦੀ ਜ਼ੁਬਾਨ ਤੇ ਰਹਿੰਦਾ ਇਹੀ ਇੱਕ ਅਫਸਾਨਾ ਏ। ਦਾਦੇ ਨੇ ਜਦ ਗੋਦੀ ਚੁੱਕਿਆ ਲੱਖ ਲੱਖ ਸ਼ੁਕਰ ਮਨਾਇਆ ਸੀ। ਦਾਦੇ ਨੇ ਜਦ ਗੋਦੀ ਚੁੱਕਿਆ ਲੱਖ ਲੱਖ ਸ਼ੁਕਰ ਮਨਾਇਆ ਸੀ। ਘਰ ਆਈ ਮੇਰੇ ਵੀ ਲక్ష్ਮੀ ਪੈਰੀ ਹੱਥ ਵੀ ਲਾਇਆ ਸੀ। ਪਲਾਂ ਦੇ ਵਿੱਚ ਇਹੋ ਲੱਗਿਆ ਜਿਵੇਂ ਹਰ ਆਪਣਾ ਬੇਗਾਨਾ ਏ। ਪਲਾਂ ਦੇ ਵਿੱਚ ਇਹੋ ਲੱਗਿਆ ਜਿਵੇਂ ਹਰ ਆਪਣਾ ਬੇਗਾਨਾ ਏ। ਲਾਡ ਲਡਾਉਂਦਿਆਂ ਆਖਿਆ ਦਾਦੇ ਧੀਏ ਤੂੰ ਤਾਂ ਧਨ ਬੇਗਾਨਾ ਏ। ਲਾਡ ਲਡਾਉਂਦਿਆਂ ਆਖਿਆ ਦਾਦੇ ਧੀਏ ਤੂੰ ਤਾਂ ਧਨ ਬੇਗਾਨਾ ਏ। ਦਾਦੀ ਨੇ ਜਦ ਗੋਦੀ ਚੁੱਕਿਆ ਲੱਖ ਲੱਖ ਸ਼ੁਕਰ ਮਨਾਇਆ ਸੀ। ਬਾਹਾਂ ਦੇ ਵਿੱਚ ਦੇ ਹੁਲਾਰੇ ਸਵਰਗ ਦਾ ਝੂਲਾ ਝੁਲਾਇਆ ਸੀ। ਪਲਾਂ ਦੇ ਵਿੱਚ ਇਉਂ ਲੱਗਿਆ ਜਿਵੇਂ ਹਰ ਆਪਣਾ ਬੇਗਾਨਾ ਏ। ਲਾਡ ਲਡਾਉਂਦਿਆਂ ਆਖਿਆ ਧੀਏ ਤੂੰ ਤਾਂ ਧਨ ਬੇਗਾਨਾ ਏ। ਜੰਮਦਿਆਂ ਹੀ ਕਰ ਧੀਆਂ ਦਾ ਕਿਉਂ ਹੋ ਜਾਂਦਾ ਬੇਗਾਨਾ ਏ। ਹਰ ਬੇਟੀ ਦੀ ਜ਼ੁਬਾਨ ਤੇ ਰਹਿੰਦਾ ਇਹੀ ਇੱਕ ਅਫਸਾਨਾ ਏ। ਬਾਬੁਲ ਨੇ ਜਦ ਗੋਦੀ ਚੁੱਕਿਆ ਲੱਖ ਲੱਖ ਸ਼ੁਕਰ ਮਨਾਇਆ ਸੀ। ਬੁੱਲਾਂ ਦੇ ਨਾਲ ਚੁੰਮ ਕੇ ਮੱਥਾ ਪਿਆਰ ਦਾ ਤਿਲਕ ਲਗਾਇਆ ਸੀ। ਬਾਬੁਲ ਨੇ ਜਦ ਗੋਦੀ ਚੁੱਕਿਆ ਲੱਖ ਲੱਖ ਸ਼ੁਕਰ ਮਨਾਇਆ ਸੀ। ਬੁੱਲਾਂ ਦੇ ਨਾਲ ਚੁੰਮ ਕੇ ਮੱਥਾ ਪਿਆਰ ਦਾ ਤਿਲਕ ਲਗਾਇਆ ਸੀ। ਪਲਾਂ ਦੇ ਵਿੱਚ ਇਉਂ ਲੱਗਿਆ ਜਿਵੇਂ ਹਰ ਆਪਣਾ ਬੇਗਾਨਾ ਏ। ਲਾਡ ਲਡਾਉਂਦਿਆਂ ਆਖਿਆ ਬਾਬੁਲ ਧੀਏ ਤੂੰ ਤਾਂ ਧਨ ਬੇਗਾਨਾ ਏ। ਲਾਡ ਲਡਾਉਂਦਿਆਂ ਆਖਿਆ ਬਾਬੁਲ ਧੀਏ ਤੂੰ ਤਾਂ ਧਨ ਬੇਗਾਨਾ ਏ। ਮਾਂ ਨੇ ਜਦ ਛਾਤੀ ਨਾਲ ਲਾਇਆ ਲੱਖ ਲੱਖ ਸ਼ੁਕਰ ਮਨਾਇਆ ਸੀ। ਮਾਂ ਨੇ ਜਦ ਛਾਤੀ ਨਾਲ ਲਾਇਆ ਲੱਖ ਲੱਖ ਸ਼ੁਕਰ ਮਨਾਇਆ ਸੀ। ਕਿੰਨੀ ਹਾਂ ਮੈਂ ਭਾਗਾਂ ਵਾਲੀ ਮਾਂ ਵਾਰ ਵਾਰ ਦੁਹਰਾਇਆ ਸੀ। ਪਲਾਂ ਦੇ ਵਿੱਚ ਇਉਂ ਲੱਗਿਆ ਜਿਵੇਂ ਹਰ ਆਪਣਾ ਬੇਗਾਨਾ ਏ। ਲਾਡ ਲਡਾਉਂਦੀ ਬੋਲੀ ਮਾਂ ਧੀਏ ਤੂੰ ਤਾਂ ਧਨ ਬੇਗਾਨਾ ਏ। ਤੂੰ ਤੇ ਧਨ ਬੇਗਾਨਾ ਏ। ਧੰਨਵਾਦ ਜੀ। ਬਹੁਤ ਵਧੀਆ ਜੀ। ਧੀਆਂ ਧਨ ਬੇਗਾਨਾ ਹੀ ਰਹਿ ਜਾਂਦੀਆਂ ਨੇ। ਆਪੇ ਵੀ ਕਹਿੰਦੇ ਬਗਾਨੀਆਂ ਨੇ, ਸਾਰਿਆਂ ਦੇ ਘਰ ਜਾਂਦੀਆਂ ਵੀ ਕਹਿੰਦੇ ਬਗਾਨੀ ਆਈ ਹੈ ਸਾਰੀ ਬੇਗਾਨੀ ਦੀ ਬਗਾਨੀ ਹੀ ਰਹਿ ਜਾਂਦੀ ਹੈ। तो बहुत सोहने विचार मनप्रीत जी। धन्यवाद जी। मार अंबरी उडारी असी उड़ जाना सौरी। पेके साल छिमाही पिछों आया करांगे। घर सौहरियां दे हुक्म चलाया करांगे। तो मेरा अगला शब्द है मैडम रुपिंदर कौर संधू जी नूं कि वो अपनी खूबसूरत कविता पेश करन। मैडम रुपिंदर कौर संधू जी। हाँ जी, प्लीज अपने माइक जेह्ड़ी म्यूट कर लो, डिस्टर्बेंस बहुत आ रही है। हाँ जी, सारिਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਮੰਚ ਤੇ ਆਉਣ ਦਾ ਮੈਨੂੰ ਇਹ ਸੁਨਹਿਰੀ ਅਵਸਰ ਦਿੱਤਾ। ਮੇਰੀ ਅੱਜ ਦੀ ਕਵਿਤਾ ਉਹਨਾਂ ਬੱਚੀਆਂ ਵਾਸਤੇ ਹੈ ਜਿਹੜੀਆਂ ਕੁੱਖ ਵਿੱਚ ਹੀ ਮਾਰ ਦਿੱਤੀਆਂ ਜਾਂਦੀਆਂ ਹੈ, ਜਿਨ੍ਹਾਂ ਨੂੰ ਇਸ ਦੁਨੀਆ ਤੇ ਆਉਣ ਹੀ ਨਹੀਂ ਦਿੱਤਾ ਜਾਂਦਾ। ਜਦੋਂ ਉਹਨਾਂ ਨਾਲ ਇਹੋ ਜਿਹਾ ਵਰਤਾਰਾ ਹੁੰਦਾ ਹੈ ਤਾਂ ਉਹਨਾਂ ਦੀ ਹੂਕ ਕਿਹੜੀ ਹੁੰਦੀ ਹੈ, ਉਹਨਾਂ ਦੀ ਆਵਾਜ਼ ਕਿਹੜੀ ਹੁੰਦੀ ਹੈ, ਉਹਨਾਂ ਦਾ ਦਰਦ ਕਿਹੜਾ ਹੁੰਦਾ ਹੈ, ਉਹ ਲੈ ਕੇ ਮੈਂ ਆਪ ਜੀ ਦੇ ਰੂਬਰੂ ਹੋਈ ਹਾਂ। ਮੇਰੀ ਰਚਨਾ ਦਾ ਨਾਂ ਹੈ
ਖੂਨ ਦੀ ਹੋਲੀ। ਅਣਜੰਮੀ ਤੀ ਕੁੱਖ ਚੋਂ ਬੋਲੀ, ਅਣਜੰਮੀ ਤੀ ਕੁੱਖ ਚੋਂ ਬੋਲੀ, ਆ ਗਈ ਮਾਂ ਜ਼ਾਲਮ ਦੀ ਟੋਲੀ, ਹਥਿਆਰਾਂ ਦੀ ਪੋਟਲੀ ਖੋਲੀ, ਹਥਿਆਰਾਂ ਦੀ ਪੋਟਲੀ ਖੋਲੀ, ਰੋਕ ਲੈ ਮਾਂ ਇਹ ਖੂਨ ਦੀ ਹੋਲੀ, ਰੋਕ ਲੈ ਮਾਂ ਇਹ ਖੂਨ ਦੀ ਹੋਲੀ। ਮਾਂ ਮੈਂ ਜੱਗ ਤੇ ਆਉਣਾ ਚਾਹੁੰਦੀ, ਤੈਨੂੰ ਗਲ ਨਾਲ ਲਾਉਣਾ ਚਾਹੁੰਦੀ, ਮਾਂ ਮੈਂ ਜੱਗ ਤੇ ਆਉਣਾ ਚਾਹੁੰਦੀ, ਤੈਨੂੰ ਗਲ ਨਾਲ ਲਾਉਣਾ ਚਾਹੁੰਦੀ, ਕਿਉਂ ਤੂੰ ਹੁਣ ਤੱਕ ਕੁਝ ਨਾ ਬੋਲੀ, ਕਿਉਂ ਤੂੰ ਹੁਣ ਤੱਕ ਕੁਝ ਨਾ ਬੋਲੀ, ਰੋਕ ਲੈ ਮਾਂ ਇਹ ਖੂਨ ਦੀ ਹੋਲੀ, ਰੋਕ ਲੈ ਮਾਂ ਇਹ ਖੂਨ ਦੀ ਹੋਲੀ। ਬਣੀਆਂ ਅਜੇ ਲਕੀਰਾਂ ਨਾ ਮਾਂ, ਲਿਖੀਆਂ ਹਾਲੇ ਤਕਦੀਰਾਂ ਨਾ ਮਾਂ, ਬਣੀਆਂ ਅਜੇ ਲਕੀਰਾਂ ਨਾ ਮਾਂ, ਲਿਖੀਆਂ ਹਾਲੇ ਤਕਦੀਰਾਂ ਨਾ ਮਾਂ, ਕਿਉਂ ਨਾ ਮਾਰਨ ਲੱਗੇ ਡੋਲੀ, ਰੋਕ ਲੈ ਮਾਂ ਇਹ ਖੂਨ ਦੀ ਹੋਲੀ, ਰੋਕ ਲੈ ਮਾਂ ਇਹ ਖੂਨ ਦੀ ਹੋਲੀ। ਆ ਰਹੇ ਹਥਿਆਰੇ ਵੱਧਦੇ, ਹਾਏ ਮਾਂ ਆ ਰਹੇ ਹਥਿਆਰੇ ਵੱਧਦੇ, ਰੋਮ ਰੋਮ ਪੈ ਮੇਰਾ ਵੱਢਦੇ, ਨੀ ਮਾਂ ਹਾਏ ਮਾਂ ਆ ਰਹੇ ਹਥਿਆਰੇ ਵੱਧਦੇ, ਰੋਮ ਰੋਮ ਪੈ ਮੇਰਾ ਵੱਢਦੇ, ਛੱਪੜਾਂ ਨਾਲਿਆਂ ਵਿੱਚ ਨਾ ਰੋਲੀ, ਛੱਪੜਾਂ ਨਾਲਿਆਂ ਵਿੱਚ ਨਾ ਰੋਲੀ, ਰੋਕ ਲੈ ਮਾਂ ਇਹ ਖੂਨ ਦੀ ਹੋਲੀ, ਰੋਕ ਲੈ ਮਾਂ ਇਹ ਖੂਨ ਦੀ ਹੋਲੀ। ਮਾਂ ਮੈਂ ਜੱਗ ਤੇ ਹੋਣਾ ਚਾਹੁੰਦੀ, ਤੈਨੂੰ ਗਲ ਨਾਲ ਲਾਉਣਾ ਚਾਹੁੰਦੀ, ਕਿਉਂ ਨਾ ਹੁਣ ਤੱਕ ਤੂੰ ਕੁਝ ਬੋਲੀ, ਰੋਕ ਲੈ ਮਾਂ ਇਹ ਖੂਨ ਦੀ ਹੋਲੀ, ਰੋਕ ਲੈ ਮਾਂ ਇਹ ਖੂਨ ਦੀ ਹੋਲੀ। ਧੰਨਵਾਦ ਜੀ। ਬਹੁਤ ਇਮੋਸ਼ਨਲ ਤੁਹਾਡੀ ਕਵਿਤਾ ਹੈ। ਜੇ ਵਾਕਈ ਇੱਕ ਔਰਤ ਜਾਗਰੂਕ ਹੋ ਜਾਏ ਤੇ ਇਸ ਖੂਨ ਦੀ ਹੋਲੀ ਨੂੰ ਰੋਕਿਆ ਜਾ ਸਕਦਾ ਹੈ, ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਮਰਦ ਇਹ ਗੱਲ ਕਹਿੰਦਾ ਹੋਏਗਾ ਕਿ ਮੈਂ ਧੀ ਨਹੀਂ ਜੰਮਣ ਦੇਣੀ। ਇਹਦੇ ਵਿੱਚ ਮੋਸਟਲੀ ਮੈਨੂੰ ਲੱਗਦਾ 95% ਇੱਕ ਔਰਤ ਦਾ ਹੱਥ ਹੁੰਦਾ ਹੈ। ਸੋ ਬਹੁਤ ਸੋਹਣੇ ਤੁਹਾਡੇ ਵਿਚਾਰ ਮੈਡਮ ਰੁਪਿੰਦਰ ਕੌਰ ਸੰਧੂ ਜੀ। ਧੰਨਵਾਦ ਜੀ। ਮੈਡਮ ਬਲਵਿੰਦਰ ਕੌਰ ਜੀ ਹੈਗੇ ਨੇ? ਹਾਂਜੀ ਹਾਂਜੀ ਹਾਂਜੀ। ਸਦਾ ਸਦਾ ਮਾਪਿਆਂ ਦੇ ਘਰ ਦੀ ਇੱਕ ਖੈਰ ਮਨਾਉਂਦੀਆਂ ਨੇ, ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ। ਸੋ ਮੇਰਾ ਅਗਲਾ ਸੱਦਾ ਹੈ ਮੈਡਮ ਬਲਵਿੰਦਰ ਕੌਰ ਜੀ ਨੂੰ। ਮੇਰੀ ਵਾਰੀ ਹੋ ਗਈ ਮੈਡਮ? ਹਾਂਜੀ ਤੁਹਾਡੀ ਹੋ ਗਈ ਹੈ। ਹਾਂਜੀ ਤਾਂ ਹਾਂਜੀ ਮੈਡਮ ਹਰਜਿੰਦਰਜੀਤ ਕੌਰ ਜੀ ਜਾਂ ਮੈਡਮ ਸੁਖਵਿੰਦਰ ਕੌਰ ਜੀ, ਅਗਰ ਦੋਨਾਂ ਦੇ ਵਿੱਚ ਕੋਈ ਹੈਗੇ ਨੇ। ਮੈਡਮ ਸੁਖਵਿੰਦਰ ਕੌਰ ਜੀ। ਹਾਂਜੀ ਮੈਮ। ਹਾਂਜੀ ਹਾਂਜੀ ਮੈਮ। ਮੇਰੀ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਵਿਸ਼ਾ ਹੈ ਨਾ ਮੈਂ ਘੁੱਗੀ ਨਾ ਚੜੀ। ਨਾ ਮੈਂ ਘੁੱਗੀ ਨਾ ਚੜੀ ਨਾਰੀ ਹਾਂ ਮੈਂ, ਨਾ ਮੈਂ ਘੁੱਗੀ ਨਾ ਚੜੀ ਨਾਰੀ ਹਾਂ ਮੈਂ, ਬਣ ਕੇ ਰੌਣਕ ਘਰਾਂ ਦੀ ਦੁਲਾਰੀ ਹਾਂ ਮੈਂ। ਨਾ ਮੈਂ ਚਿੜੀਆਂ ਦਾ ਚੰਬਾ, ਨਾ ਮੈਂ ਘੁੱਗੀਆਂ ਦੀ ਡਾਰ,
ਨਾ ਮੈਂ ਚਿੜੀਆਂ ਦਾ ਚੰਬਾ, ਨਾ ਮੈਂ ਘੁੱਗੀਆਂ ਦੀ ਡਾਰ, ਮੈਂ ਤੇ ਮੁਕੱਦਰ ਨਾਲ ਲੜਨ ਲਈ ਤਿਆਰ, ਝਾਂਸੀ ਬਣ ਕੇ ਮੈਂ ਚੁੱਕ ਲਾਂ ਵਤਨ ਲਈ ਹਥਿਆਰ, ਬਸ ਪੇਕਿਆਂ ਚ ਜਨਮਾਂ ਤੇ ਸਹੁਰਿਆਂ ਚ ਮਰ ਜਾ, ਬਸ ਪੇਕਿਆਂ ਚ ਜਨਮਾਂ ਤੇ ਸਹੁਰਿਆਂ ਚ ਮਰ ਜਾ, ਸੁਖ ਨਾ ਐਡੀ ਵੀ ਛੋਟੀ ਉਡਾਰੀ ਹਾਂ ਮੈਂ, ਹਾਂ ਮੈਂ ਨਾ ਮੈਂ ਘੁੱਗੀ ਨਚੜੀ ਨਾਰੀ ਮੈਂ ਹਾਂ, ਬਣ ਕੇ ਭਾਗੋ ਮੈਂ ਮਰਦਾਂ ਨੂੰ ਲੜਨਾ ਸਿਖਾਇਆ, ਦੇ ਕੇ ਜਜ਼ਬਾ ਪੁੱਤਾਂ ਨੂੰ ਸਰਹੱਦੀ ਖੜਾਇਆ, ਟੋਟੇ ਬੱਚਿਆਂ ਦੇ ਕਰਵਾ ਕੇ ਹਾਰ ਗਲਾਂ ਚ ਪਵਾ ਲਏ, ਤਾਂ ਵੀ ਨਾ ਟੁੱਟੀ ਨਾ ਹਾਰੀ ਮੈਂ ਹਾਂ, ਨਾ ਮੈਂ ਘੁੱਗੀ ਨਚੜੀ ਨਾਰੀ ਮੈਂ ਹਾਂ। ਹਰ ਚੰਗੀ ਹਰ ਮਾੜੀ ਸੁਣਾਈ ਹੈ ਜਾਂਦੀ, ਹਰ ਚੰਗੀ ਹਰ ਮਾੜੀ ਸੁਣਾਈ ਹੈ ਜਾਂਦੀ, ਔਰਤ ਰੋਂਦੀ ਨਹੀਂ ਹੈ ਰੋਆਈ ਹੈ ਜਾਂਦੀ, ਔਰਤ ਟੁੱਟਦੀ ਨਹੀਂ ਹੈ ਤੋੜੀ ਹੈ ਜਾਂਦੀ, ਸੁਖ ਇਹ ਮੁੜਦੀ ਨਹੀਂ ਮਰੋੜੀ ਹੈ ਜਾਂਦੀ, ਛੱਡ ਕੇ ਮੇਰੇ ਪਰਾਂ ਨੂੰ ਖੁੱਲੇ ਤਾਂ ਵੇਖੋ, ਛੱਡ ਕੇ ਮੇਰੇ ਪਰਾਂ ਨੂੰ ਖੁੱਲੇ ਤਾਂ ਵੇਖੋ, ਅੰਬਰਾਂ ਤੱਕ ਵੀ ਉੱਡਦੀ ਉਡਾਰੀ ਹਾਂ ਮੈਂ, ਨਾ ਮੈਂ ਘੁੱਗੀ ਨਚੜੀ ਨਾਰੀ ਹਾਂ ਮੈਂ। ਜੇ ਧੀ ਨੂੰ ਪੜਾਓ ਉਹ ਸੱਸੀ ਬਣ ਜਾਂਦੀ, ਜੇ ਧੀ ਨੂੰ ਪੜਾਓ ਉਹ ਸੱਸੀ ਬਣ ਜਾਂਦੀ, ਬਾਪ ਲਈ ਫੰਦੇ ਦੀ ਰੱਸੀ ਬਣ ਜਾਂਦੀ, ਨੌਕਰੀ ਕਰੇਗੀ ਤਾਂ ਸਿਰ ਤੇ ਚੜੇਗੀ, ਨੌਕਰੀ ਕਰੇਗੀ ਤਾਂ ਸਿਰ ਤੇ ਚੜੇਗੀ, ਪੈਸੇ ਦੇ ਰੋਹਬ ਚ ਸਭ ਨਾਲ ਲੜੇਗੀ, ਪਰ ਮੇਰੇ ਤੋਂ ਖੋ ਕੇ ਜੋ ਹੱਕ ਤੂੰ ਜੋੜੇ, ਪਰ ਮੇਰੇ ਤੋਂ ਖੋ ਕੇ ਜੋ ਹੱਕ ਤੂੰ ਜੋੜੇ, ਡਰਦਾ ਹੁਣ ਤੂੰ ਮੈਨੂੰ ਉਹ ਕਿੰਜ ਮੋੜੇ, ਉਹ ਰਾਂਝਿਆਂ ਤੇ ਲੋਟੂਆਂ ਦੀ ਕਮੀ ਨਹੀਂ ਕੋਈ ਇੱਥੇ, ਉਹ ਉਂਝ ਰਾਂਝਿਆਂ ਤੇ ਲੋਟੂਆਂ ਦੀ ਕੋਈ ਕਮੀ ਨਹੀਂ ਇੱਥੇ, ਪੜ੍ਹ ਲਿਖ ਕੇ ਨਛੇੜੀ ਬਥੇਰੇ ਵੀ ਜੋੜੇ, ਫਿਰ ਕਿਉਂ ਮੇਰੇ ਹੀ ਹੱਕਾਂ ਤੇ ਡਾਕੇ ਤੂੰ ਮਾਰੇ, ਫਿਰ ਕਿਉਂ ਮੇਰੇ ਹੀ ਹੱਕਾਂ ਤੇ ਡਾਕੇ ਕਿਉਂ ਮਾਰੇ, ਕਿਉਂ ਨਾ ਆਪਣੇ ਔਗੁਣ ਜ਼ਰਾ ਵੀ ਚਿਤਾਰੇ, ਸਾਥ ਤੇਰਾ ਤੇ ਮੇਰਾ ਜੁਗਾਂ ਤੋਂ ਜੁਗਾਂ ਤੱਕ, ਸੁਖ ਤਾਈਓਂ ਤਾਂ ਜਾਂਦੀ ਬਲਿਹਾਰੀ ਹਾਂ ਮੈਂ, ਨਾ ਘੁੱਗੀ ਨਚੜੀ ਨਾਰੀ ਹਾਂ ਮੈਂ, ਬਣ ਕੇ ਰੌਣਕ ਘਰਾਂ ਦੀ ਦੁਲਾਰੀ ਹਾਂ ਮੈਂ, ਬਣ ਕੇ ਰੌਣਕ ਘਰਾਂ ਦੀ ਦੁਲਾਰੀ ਹਾਂ। ਸ਼ੁਕਰਾਨਾ ਜੀ, ਬਹੁਤ 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 ਵਧੀਆ, ਖੂਬਸੂਰਤ ਬਹੁਤ ਵਧੀਆ ਮੈਡਮ। ਰਚਨਾ। ਬਹੁਤ ਵਧੀਆ ਮੈਡਮ ਸ਼ੁਕਰਾਨਾ। ਜਸਵਿੰਦਰ ਕੌਰ ਜੀ ਪ੍ਰਧਾਨ ਜਿਹੜੇ ਨੇ, ਪਤਾ ਨਹੀਂ ਕਿੱਥੋਂ ਹੀਰੇ ਤਾਜ ਕੇ ਲਿਆਂਦੇ ਨੇ ਉਹਨਾਂ ਨੇ, ਸੋ ਬਹੁਤ ਹੀ ਸੋਹਣੀਆਂ ਕਵਿਤਾਵਾਂ ਆ ਰਹੀਆਂ ਨੇ ਧੀਆਂ ਦੇ ਉੱਪਰ, ਕੁਝ ਇਮੋਸ਼ਨਲ ਨੇ, ਕੁਝ ਉਹਨਾਂ ਨੂੰ ਸਟਰੋਂਗ ਕਰਨ ਵਾਲੀਆਂ ਨੇ, ਸੋ ਬਹੁਤ ਹੀ ਖੂਬਸੂਰਤ ਰਚਨਾਵਾਂ ਦਾ ਅਸੀਂ ਆਨੰਦ ਲੈ ਰਹੇ ਹਾਂ। ਅਸੀਂ ਇਹ ਰਚਨਾਵਾਂ ਅਜਾਈ ਨਹੀਂ ਜਾਣ ਦੇਣੀਆਂ ਹਰਪ੍ਰੀਤ ਜੀ। ਹਾਂਜੀ ਵਿਹੜੇ ਮੈਮ। ਦੀ ਰੌਣਕ ਧੀਆਂ, ਇਹ ਹਾਂਜੀ। ਅਸੀਂ ਪੁਸਤਕ ਜਿਹੜੀ ਹੈ ਉਹ ਛਪਵਾਉਣ ਜਾ ਰਹੇ ਹਾਂ। ਉਹਦੇ ਲਈ ਇਹ ਸਾਰੀਆਂ ਰਚਨਾਵਾਂ ਅਸੀਂ ਮੰਗਵਾਵਾਂਗੇ, ਤੇ ਇੱਕ ਨਹੀਂ 3 ਰਚਨਾਵਾਂ ਹਰ ਕਵੀ ਮੈਂ ਚਾਹੁੰਦੀ ਹਾਂ ਕਿ ਆਪਣੀਆਂ ਜ਼ਰੂਰ ਭੇਜੇ ਧੀਆਂ ਦੇ ਉੱਤੇ, ਤੇ ਸਾਡੀ ਪੁਸਤਕ ਦਾ ਨਾਂ ਹੈ ਵਿਹੜੇ ਦੀ ਰੌਣਕ ਧੀਆਂ, ਤੇ ਜਲਦੀ ਅਸੀਂ ਇਹਨੂੰ ਕੰਪਾਈਲ ਕਰਾਂਗੇ। ਬਹੁਤ ਵਧੀਆ, ਬਹੁਤ ਵਧੀਆ, ਖੂਬਸੂਰਤ। ਬਹੁਤ ਮੁਬਾਰਕ ਪੜ੍ਹ ਮੈਮ। ਹਾਂਜੀ, ਸਾਰੀ ਟੀਮ ਮੁਬਾਰਕਾਂ, ਕਿਉਂਕਿ ਸਾਰਿਆਂ ਦੀਆਂ ਰਚਨਾਵਾਂ ਇਹਦੇ ਵਿੱਚ ਸ਼ਾਮਲ ਹੋਣੀਆਂ, ਕਿਉਂਕਿ ਬਾਖੂਬੀ ਨੇ, ਬਹੁਤ ਸੋਹਣੀਆਂ ਕਵਿਤਾਵਾਂ ਨੇ, ਇੱਕ ਧੀਆਂ ਦੇ ਲੈ ਕੇ ਬਹੁਤ ਸੋਹਣੇ ਵਿਚਾਰ ਆਏ ਨੇ, ਸੋ ਇਹ ਮੌਕਾ ਜਿਹੜਾ ਸਾਨੂੰ ਸੰਭਾਲਣਾ ਚਾਹੀਦਾ ਹੈ। ਪੜ੍ਹ ਲੈ ਧੀਏ ਤੂੰ ਜਿੰਨਾ ਪੜ੍ਹਨਾ, ਪਰ ਮੇਰੇ ਤੈਨੂੰ ਪੈਣਾ ਇੱਕ ਵਾਅਦਾ ਕਰਨਾ, ਬਚਣਾ ਪੈਣਾ ਤੈਨੂੰ ਭੈੜੇ ਜੱਗ ਤੋਂ, ਵੇਖੀ ਹਾਨੀ ਕਿਤੇ ਦੇਵੀ ਨਾ ਕਰਾ, ਬਾਪੂ ਬੰਨਦਾ ਏ ਚਿੱਟੀ ਪੱਗ ਪੋਚ ਪੋਚ ਕੇ, ਵੇਖੀ ਦਾਗ ਕਿਤੇ ਦੇਵੀ ਨਾ ਲਵਾ। ਸੋ ਧੀਆਂ ਦੇ ਜੇ ਜਿੱਥੇ ਇਹ ਹੱਕ ਬਣਦੇ ਨੇ, ਉੱਥੇ ਫਰਜ਼ ਵੀ ਨੇ ਕੁਛ, ਆਪਣੇ ਸਮਾਜ ਨੂੰ ਲੈ ਕੇ, ਆਪਣੇ ਮਾਂ-ਬਾਪ ਨੂੰ ਲੈ ਕੇ। ਸੋ ਇੱਕ ਬਾਪ ਕਹਿ ਰਿਹਾ ਏ, ਬਾਪੂ ਬੰਨਦਾ ਏ ਚਿੱਟੀ ਪੱਗ ਪੋਚ ਪੋਚ ਕੇ, ਵੇਖੀ ਦਾਗ ਕਿਤੇ ਦੇਵੀ ਨਾ ਲਵਾ। ਸੋ ਮੇਰੀ ਅਗਲੀ ਬੇਨਤੀ ਹੈ ਮੈਡਮ ਹਰਜਿੰਦਰਜੀਤ ਕੌਰ ਜੀ ਨੂੰ, ਕਿ ਉਹਨਾਂ ਨੇ ਮੀਟਿੰਗ ਜੁਆਇਨ ਕੀਤੀ ਹੋਈ ਹੈ, ਤੇ ਉਹ ਆਪਣੀ ਕਵਿਤਾ ਪੇਸ਼ ਕਰਨ। ਮੈਡਮ ਹਰਜਿੰਦਰਜੀਤ ਕੌਰ ਜੀ। ਨਹੀਂ ਜੀ, ਉਹ ਨਹੀਂ ਨੇ ਇੱਥੇ। ਜੇ ਕੋਈ ਹੋਰ ਭਾਗੀਦਾਰ ਰਹਿ ਗਿਆ ਹੈ ਸੋ ਪਲੀਜ਼। ਹਾਂਜੀ, ਅੰਤਰਪ੍ਰੀਤ ਕੌਰ ਲਿਖਵਾਇਆ ਸੀ ਤੁਹਾਨੂੰ। ਹਾਂਜੀ, ਅੰਤਰਪ੍ਰੀਤ ਕੌਰ।
ਮੈਡਮ ਅੰਤਰਪ੍ਰੀਤ ਕੌਰ ਜੀ ਨੂੰ ਮੇਰੀ ਬੇਨਤੀ ਹੈ, ਅਗਲਾ ਸੱਦਾ ਹੈ ਕਿ ਉਹ ਆਪਣੀ ਕਵਿਤਾ ਪੇਸ਼ ਕਰਨ। ਮੈਡਮ ਅੰਤਰਪ੍ਰੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅੰਤਰਪ੍ਰੀਤ ਕੌਰ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਸਮਝੌਤਾ। ਜ਼ਿੰਦਗੀ ਦੀ ਕਿਤਾਬ ਦਾ ਹਰ ਪੰਨਾ ਇੱਕ ਸਮਝੌਤਾ ਹੈ। ਜ਼ਿੰਦਗੀ ਦੀ ਕਿਤਾਬ ਦਾ ਹਰ ਪੰਨਾ ਇੱਕ ਸਮਝੌਤਾ ਹੈ। ਮੰਨ ਲੈ ਭੈਣੇ ਤੂੰ ਹੀ ਉਹ ਗੱਲ, ਵੀਰ ਤੇਰਾ ਇਕਲੌਤਾ ਹੈ। ਜ਼ਿੰਦਗੀ ਦੀ ਕਿਤਾਬ ਦਾ ਹਰ ਪੰਨਾ ਇੱਕ ਸਮਝੌਤਾ ਹੈ। ਮੰਨ ਲੈ ਭੈਣੇ ਤੂੰ ਹੀ ਉਹ ਗੱਲ, ਵੀਰ ਤੇਰਾ ਇਕਲੌਤਾ ਹੈ। ਵੀਰੇ ਦੀ ਤਾਂ ਹਰ ਗਲਤੀ, ਵੀਰੇ ਦੀ ਤਾਂ ਹਰ ਗਲਤੀ, ਹਰ ਗੱਲ ਲੱਗਦੀ ਸਿਆਣੀ ਏ। ਤੈਨੂੰ ਨਹੀਂ ਏ ਸੌਂਪਦਾ ਕੁੜੀਏ, ਤੂੰ ਤਾਂ ਧੀ ਧਿਆਣੀ ਏ। ਫੇਰ ਕੀ ਏ ਜੇ ਪਤੀ ਕਰਕੇ ਤੈਨੂੰ ਕੋਈ ਦੁੱਖ ਦਰਦ ਏ। ਫੇਰ ਕੀ ਏ ਜੇ ਪਤੀ ਕਰਕੇ ਤੈਨੂੰ ਕੋਈ ਦੁੱਖ ਦਰਦ ਏ। ਪਤੀ ਤੇਰਾ ਪਰਮੇਸ਼ਵਰ ਹੈ ਕਿਉਂਕਿ ਉਹ ਇੱਕ ਮਰਦ ਹੈ। ਪਤੀ ਤੇਰਾ ਪਰਮੇਸ਼ਵਰ ਹੈ ਕਿਉਂਕਿ ਉਹ ਇੱਕ ਮਰਦ ਹੈ। ਹਰ ਕਹਾਣੀ ਹਰ ਲੇਖ ਤੇ, ਹਰ ਕਹਾਣੀ ਹਰ ਲੇਖ ਤੇ ਉਸਦਾ ਕਬਜ਼ਾ ਬਹੁਤਾ ਹੈ। ਜ਼ਿੰਦਗੀ ਦੀ ਕਿਤਾਬ ਦਾ ਹਰ ਪੰਨਾ ਇੱਕ ਸਮਝੌਤਾ ਹੈ। ਕਹਿੰਦੇ ਕੁੜੀ ਮੁੰਡਾ ਅੱਜ ਬਰਾਬਰ ਨੇ, ਕਹਿੰਦੇ ਕੁੜੀ ਮੁੰਡਾ ਅੱਜ ਬਰਾਬਰ ਨੇ, ਪਰ ਕਦ ਸਾਨੂੰ ਸਾਡੇ ਹੱਕ ਦਿੱਤੇ। ਕਲਪਨਾ ਚਾਵਲਾ ਸਾਨੀਆ ਮਿਰਜ਼ਾ ਨੇ ਭਾਵੇਂ ਜੱਗ ਤੇ ਫੱਟੇ ਚੱਕ ਦਿੱਤੇ। ਫੇਰ ਕੀ ਏ ਕੌਣ ਸਾਡੇ ਲਈ ਜੱਗ ਤੇ ਉੱਠ ਖਲੋਤਾ ਏ। ਫੇਰ ਕੌਣ ਸਾਡੇ ਲਈ ਜੱਗ ਤੇ ਉੱਠ ਖਲੋਤਾ ਏ। ਜ਼ਿੰਦਗੀ ਦੀ ਕਿਤਾਬ ਦਾ ਹਰ ਪੰਨਾ ਇੱਕ ਸਮਝੌਤਾ ਹੈ। ਜ਼ਿੰਦਗੀ ਦੀ ਕਿਤਾਬ ਦਾ ਹਰ ਪੰਨਾ ਇੱਕ ਸਮਝੌਤਾ ਹੈ। ਧੰਨਵਾਦ ਜੀ। ਵਾਹ ਜੀ ਵਾਹ, ਬਹੁਤ ਸੋਹਣਾ। बहुत सोहनी बई बेटे, वो तो ठीक है, जिंदगी एक समझौता है, पर मैं भी किसी दी धी, किसी दी नूह ते किसी दी बीवी मैं समझौता नहीं किता ते तुसी भी ना करना। समझौता तां है, समझौता अपने उसूलों ते नहीं करीदा, अपनी शख्सियत ते नहीं करीदा। हमेशा अगे वधोगे, तुहाडे नाल सब काफिला खड़ा हो जाएगा। ਤੁਸੀਂ ਜਦੋਂ ਕਰਨਾ ਹੈ ਉਦੋਂ ਕੱਲਾ ਹੀ ਤੁਰਨਾ, ਇਹ ਯਾਦ ਰੱਖਣਾ। ਉਦੋਂ ਕੋਈ ਨਾਲ ਨਹੀਂ ਹੁੰਦਾ, ਲੇਕਿਨ ਜਦੋਂ ਇੱਕ ਵਾਰੀ ਤੁਰ ਪਏ ਤੇ ਸਾਰਾ ਕਾਫਿਲਾ ਹੋ ਜਾਏ। ਇਸ ਲਈ ਸਮਝੌਤਾ ਨਹੀਂ ਕਰਨਾ, ਅੱਗੇ ਮੈਡਮ ਮੇਰਾ ਜੀ ਵੈਸੇ ਵੀ 90% ਕੁੜੀਆਂ ਜਿਹੜੀਆਂ ਨੇ ਉਹ ਹਰ ਚੀਜ਼ ਤੇ ਕਬਜ਼ਾ ਕਰ ਰਹੀਆਂ ਨੇ ਕਿ ਮੈਡੀਕਲ ਦਾ ਐਗਜ਼ਾਮ ਆ, ਕੋਈ MBBS ਹੈ, ਇੰਜੀਨੀਅਰਿੰਗ ਹੈ, ਕੋਈ PCS ਹੈ, IAS ਹੈ। ਸੋ ਇਹਦੇ ਵਿੱਚ ਕੁੜੀਆਂ ਮਤਲਬ ਮਾਰ ਰਹੀਆਂ ਨੇ। ਸੋ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਕੁੜੀਆਂ ਦਾ ਹੱਥ ਵਿੱਚ ਸਾਰੀ ਕਮਾਂਡ ਹੋਏਗੀ ਸਮਾਜ ਦੀ, ਪਰਿਵਾਰ ਦੀ। ਸੋ ਬੇਟੇ ਹਿੰਮਤ ਨੂੰ ਜਾਰੀ ਰੱਖੋ। ਸੋ ਮੈਂ ਬੇਨਤੀ ਕਰਦੀ ਹਾਂ ਕਿ ਅਗਰ ਕੋਈ ਭਾਗੀਦਾਰ ਪਾਰਟਿਸਪੈਂਟ ਰਹਿ ਗਏ ਤੇ ਅਸੀਂ ਉਹਨਾਂ ਦੀ ਕਵਿਤਾ ਨੂੰ ਸੁਣੀਏ, ਨਹੀਂ ਤੇ ਫਿਰ ਮੈਂ ਅੱਜ ਦੇ ਜੋ ਮੁੱਖ ਮਹਿਮਾਨ ਨੇ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਥੋੜੇ ਜਿਹੇ ਖੂਬਸੂਰਤ ਸ਼ਬਦ ਜਿਹੜੇ ਉਹ ਸਾਡੇ ਨਾਲ ਸਾਂਝੇ ਕਰਨ। ਤੇ ਇਸ ਤੋਂ ਬਾਅਦ ਮੈਡਮ ਜਸਵਿੰਦਰ ਜੀ ਨੂੰ ਮੇਰੀ ਬੇਨਤੀ ਹੈ ਕਿ ਉਹ ਆਏ ਹੋਏ ਮੁੱਖ ਮਹਿਮਾਨ ਜੀ ਦਾ, ਡਾਕਟਰ ਕੁਲਦੀਪ ਸਿੰਘ ਜੀ ਦਾ ਅਤੇ ਸਾਰੇ ਜਿੰਨੀਆਂ ਵੀ ਸਾਡੀਆਂ ਭੈਣਾਂ ਕਵੀ ਦਰਬਾਰ ਵਿੱਚ ਹਿੱਸਾ ਲੈ ਰਹੀਆਂ ਨੇ ਉਹਨਾਂ ਦਾ ਇੱਕ ਰਸਮੀ ਜੋ ਧੰਨਵਾਦ ਹੈ ਉਹ ਕਰਨਗੇ। ਸੋ ਮੈਂ ਬੇਨਤੀ ਕਰਦੀ ਹਾਂ ਜੀ, ਅਸੀਂ ਤੁਹਾਡੀ ਰਚਨਾ ਨਹੀਂ ਸੁਣੀ ਮੈਮ, ਐਕਚੁਅਲੀ ਮੈਂ ਥੋੜੀ ਬਿਜ਼ੀ ਸੀ ਅੱਜ। ਮੈਂ ਨੈਕਸਟ ਟਾਈਮ ਤੁਹਾਨੂੰ ਜ਼ਰੂਰ ਸੁਣਾਉਂਗੀ। ਮੇਰੇ ਕੋਲ ਥੋੜਾ ਸੰਚਾਲਨ ਦਾ ਹੀ ਅੱਜ ਹੋ ਸਕਿਆ ਹੈ। ਸੋ ਮੇਰਾ ਵਾਅਦਾ ਹੈ ਅਗਲੀ ਵਾਰੀ ਜ਼ਰੂਰ। ਠੀਕ ਹੈ ਜੀ। ਹਾਂਜੀ, ਤੋ ਮੈਡਮ ਇਰਾਦੀਪ ਜੀ ਨੂੰ ਮੈਂ ਬੇਨਤੀ ਕਰਦੀ ਹਾਂ। ਮੈਨੂੰ ਬਹੁਤ ਸੋਹਣਾ ਲੱਗਿਆ ਜੀ ਅੰਮ੍ਰਿਤਸਰ ਨਾਲ ਪਹਿਲੀ ਵਾਰੀ ਜੁੜ ਕੇ, ਔਰ ਬਹੁਤ ਤੁਹਾਡਾ ਸੋਹਣਾ ਸੰਚਾਲਨ ਮੈਡਮ ਹਰਪ੍ਰੀਤ, ਤੇ ਬਹੁਤ ਸੋਹਣਾ ਉਪਰਾਲਾ ਮੈਡਮ ਜਸਵਿੰਦਰ ਦਾ, ਤੇ ਜਿੰਨੇ ਵੀ ਕਵੀਆਂ ਨੇ ਇੱਥੇ ਪੇਸ਼ਕਾਰੀ ਕੀਤੀ ਹੈ ਬਹੁਤ ਉੱਤਮ ਪੇਸ਼ਕਾਰੀ ਹੈ। ਨਾਰੀ ਦੇ ਬਹੁਤ ਸਾਰੇ ਰੂਪਾਂ ਨੂੰ ਸਾਡੇ ਸਾਹਮਣੇ ਲਿਆਉਣ ਦਾ ਵਧੀਆ ਯਤਨ ਤੇ ਵਧੀਆ ਉਪਰਾਲਾ। ਕਿਸੇ ਚ ਨਾਰੀ ਨੂੰ ਸ਼ਕਤੀ ਤੇ ਕਿਸੇ ਭਰੂਣ ਹੱਤਿਆ, ਬਹੁਤ ਸਾਰੇ ਟੌਪਿਕਸ ਨੂੰ ਚੁਣਿਆ। ਬਹੁਤ ਵਧੀਆ ਤੁਹਾਡਾ ਕਵੀ ਦਰਬਾਰ, ਤੇ ਅੱਗੇ ਵੀ ਤੁਸੀਂ ਇਸ ਤਰ੍ਹਾਂ ਹੀ ਵੱਧਦੇ ਰਹੋ। ਤੇ ਪਰ ਹਾਲੇ ਵੀ ਜਦੋਂ ਇਹ ਸੋਚ ਆਉਂਦੀ ਹੈ ਕਿ ਅਸੀਂ ਬਰਾਬਰੀ ਤੇ ਹਾਂ ਜਾਂ ਨਹੀਂ ਹਾਂ, ਇਹ ਸੋਚ ਸਾਨੂੰ ਬਰਾਬਰ ਨਹੀਂ ਹੋਣ ਦਿੰਦੀ। ਮੇਰਾ ਤੁਹਾਨੂੰ ਸਭ ਨੂੰ ਇਹ ਇੱਕ ਪੈਗਾਮ ਹੈ। ਮੈਨੂੰ ਇੰਨਾ ਪਤਾ ਹੈ ਕਿ ਮੈਂ ਦਿਲ ਤੋਂ ਵੀ ਬਰਾਬਰ ਹਾਂ, ਇਸ ਲਈ ਮੇਰੇ ਘਰ 'ਚ ਵੀ ਮੈਨੂੰ ਪੂਰੀ ਬਰਾਬਰੀ ਨਾਲੋਂ ਵੱਧ ਸਥਾਨ ਦਿੱਤਾ ਜਾਂਦਾ, ਕਿਉਂਕਿ ਮੈਂ ਮੰਨਦੀ ਹਾਂ ਕਿ ਮੈਂ ਆਪਣੇ ਆਪ 'ਚ ਕੁਝ ਖਾਸ ਹਾਂ, ਤਾਂ ਹੀ ਕੋਈ ਹੋਰ ਮੰਨੇਗਾ।
जब तक मैं नहीं बनांगी तब तक कोई नहीं बनेगा। बहुत ਵਧੀਆ ਜੀ, ਬਹੁਤ ਖੂਬਸੂਰਤ ਵਿਚਾਰ। ਬਿਲਕੁਲ ਜੀ, ਬਹੁਤ ਵਧੀਆ ਵਿਚਾਰ ਹੀਰਾਦੀਪ ਜੀ। ਇਹ ਗੱਲ ਸਭ ਤੋਂ ਜ਼ਰੂਰੀ ਹੈ ਕਿ ਜਿੰਨੀ ਦੇਰ ਅਸੀਂ ਆਪਣੀ ਸੈਲਫ ਰਿਸਪੈਕਟ ਨਹੀਂ ਕਰਾਂਗੇ, ਆਪਣੇ ਖੁਦ ਦੀ ਸਤਿਕਾਰ ਅਸੀਂ ਨਹੀਂ ਕਰਾਂਗੇ, ਉਨੀ ਦੇਰ ਦੂਸਰੇ ਵੀ ਸਾਡਾ ਨਹੀਂ ਕਰਨਗੇ। ਔਰ ਘਰ ਦੇ ਵਿੱਚ ਹੀ ਇਹ ਜਿਹੜੀ ਹੈ ਸ਼ੁਰੂਆਤ ਹੁੰਦੀ ਹੈ। ਸਮਾਜ ਨੇ ਮਰਦ ਔਰਤ ਨੂੰ ਬਰਾਬਰ ਉਦੋਂ ਹੀ ਰੱਖਣਾ ਹੈ ਜਦੋਂ ਘਰੋਂ ਇਹਦੀ ਸ਼ੁਰੂਆਤ ਹੋਏਗੀ। ਜਦੋਂ ਅਸੀਂ ਆਪਣੇ ਧੀ ਤੇ ਪੁੱਤਰ ਨੂੰ ਇੱਕੋ ਜਿਹਾ ਦਰਜਾ ਦੇ ਕੇ ਘਰ 'ਚ ਉਹਦਾ ਪਾਲਣ ਪੋਸ਼ਣ ਕਰਾਂਗੇ, ਜਦੋਂ ਪੁੱਤਰਾਂ ਨੂੰ ਸਿਰਫ ਇਹ ਨਹੀਂ ਸਿਖਾਇਆ ਜਾਏਗਾ ਕਿ ਤੁਸੀਂ ਸਿਰਫ ਬਾਹਰ ਦੇ ਕੰਮਾਂ ਲਈ ਹੋ, ਘਰ ਦੇ ਲਈ ਨਹੀਂ, ਤੇ ਧੀਆਂ ਨੂੰ ਸਿਰਫ ਇਹ ਨਹੀਂ ਸਿਖਾਉਣਾ ਕਿ ਤੁਸੀਂ ਸਿਰਫ ਘਰ ਦੇ ਲਈ ਹੋ, ਬਾਹਰਲੇ ਲਈ ਨਹੀਂ। ਇਹ ਸਭ ਕੁਝ ਘਰੋਂ ਹੀ ਠੀਕ ਹੋਣਾ ਹੈ, ਸ਼ੁਰੂਆਤ ਸਾਡੇ ਘਰਾਂ ਤੋਂ ਹੀ ਹੋਣੀ ਹੈ, ਉਹਦੇ ਤੋਂ ਹੀ ਇਹ ਸਾਰਾ ਸਮਾਜ ਬਣਦਾ। ਬਿਲਕੁਲ ਸਹੀ ਗੱਲ ਹੈ ਹੀਰਾਦੀਪ ਜੀ, ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਡਾਕਟਰ ਹਰਪ੍ਰੀਤ ਕੌਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਬਹੁਤ ਹੀ ਵਧੀਆ ਮੰਚ ਸੰਚਾਲਨ, ਔਰ ਥੋੜੀ ਦੇਰ ਹੀ ਹੋਈ ਇਹਨਾਂ ਨੇ ਸ਼ਮੂਲੀਅਤ ਕੀਤੀ ਸਾਡੇ ਗਰੁੱਪ 'ਚ, ਔਰ ਬੜੀ ਜਲਦੀ ਹੀ ਸਾਰਾ ਕੁਝ ਪਿਕਅਪ ਕੀਤਾ, ਸਾਰਿਆਂ ਨੂੰ ਜਾਣ ਲਿਆ, ਤੇ ਸਾਰਿਆਂ ਬਾਰੇ ਜੋ ਕੁਝ ਵੀ ਤੁਸੀਂ ਸੰਚਾਲਨ ਦੌਰਾਨ ਦੱਸਿਆ ਬਹੁਤ ਹੀ ਵਧੀਆ ਲੱਗਾ। ਹਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਮ ਈਰਾਦੀਪ ਤ੍ਰਿਹਨ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆ ਕੇ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ। ਬਾਕੀ ਜੋ ਵੀ ਮੇਰੀਆਂ ਸਾਰੀਆਂ ਭੈਣਾਂ ਨੇ ਜਿਨ੍ਹਾਂ ਦਾ ਇਹ ਆਪਣਾ ਗਰੁੱਪ ਹੈ, ਔਰ ਉਹ ਵੱਧ ਚੜ ਕੇ ਹਰ ਵਾਰ ਇਸ ਵਿੱਚ ਹਿੱਸਾ ਲੈਂਦੇ ਨੇ, ਉਹਨਾਂ ਦੀ ਤਾਂ ਮੈਂ ਬਹੁਤ ਹੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਕਿਉਂਕਿ ਜੇ ਉਹ ਹਿੱਸਾ ਨਾ ਲੈਣ ਤੇ ਸਾਡਾ ਪ੍ਰੋਗਰਾਮ ਕਦੀ ਵੀ ਬੁਲੰਦੀਆਂ ਨਹੀਂ ਛੂ ਸਕਦਾ। ਇਹਨਾਂ ਦੇ ਕਾਰਨ ਕਰਕੇ ਹੀ, ਇਹਨਾਂ ਭੈਣਾਂ ਦੇ ਸਾਰਿਆਂ ਦੇ ਸਹਿਯੋਗ ਕਰਕੇ ਹੀ ਇਹ ਜਿਹੜਾ ਕਵੀ ਦਰਬਾਰ ਹੈ ਇਹ ਆਪਣੀ ਸਾਰਥਕਤਾ ਨੂੰ ਪੂਰਦਾ ਹੈ। ਰੁਪਿੰਦਰ ਕੌਰ ਜੀ, ਬਲਵਿੰਦਰ ਕੌਰ ਜੀ, ਰੰਜਨਾ ਸ਼ਰਮਾ, ਰਣਜੀਤ ਕੌਰ, ਸਾਰੀਆਂ ਹੀ ਮੇਰੀਆਂ ਭੈਣਾਂ ਹਮੇਸ਼ਾ ਸਹਿਯੋਗ ਦਿੰਦੀਆਂ ਨੇ, ਤੇ ਮੈਂ ਆਸ ਕਰਦੀ ਹਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਇਹ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਡਾਕਟਰ ਕੁਲਦੀਪ ਸਿੰਘ ਦੀਪ ਜੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਮੈਂ ਤਹਿ ਦਿਲੋਂ ਉਹਨਾਂ ਦਾ ਸ਼ੁਕਰਾਨਾ ਕਰਦੀ ਹਾਂ ਕਿ ਜੋ ਸਾਡਾ ਸਹਿਯੋਗ ਦਿੰਦੇ ਨੇ ਇਸ ਪ੍ਰੋਗਰਾਮ ਨੂੰ ਟੈਲੀਕਾਸਟ ਕਰਨ ਦਾ, YouTube ਲਾਈਵ ਕਰਨ ਦਾ। ਸੁਖਜੀਵਨ ਸਿੰਘ ਜੀ, ਆਪ ਜੀ ਦਾ ਵੀ ਬਹੁਤ ਬਹੁਤ ਸ਼ੁਕਰਾਨਾ ਜੀ, ਜੋ ਆਪ ਜੀ ਨੇ ਅੱਜ ਸਾਡੇ ਲਈ ਸਮਾਂ ਕੱਢਿਆ ਔਰ ਸਾਡੇ ਪ੍ਰੋਗਰਾਮ ਵਿੱਚ ਸਾਨੂੰ ਸਹਿਯੋਗ ਦਿੱਤਾ। ਸਭ ਦਾ ਤਹਿ ਦਿਲੋਂ ਧੰਨਵਾਦ ਜੀ। ਅੱਜ ਤਾਂ ਉਮੀਦਾਂ ਦੇ ਦੀਵੇ ਸਦਾ ਹੀ ਰਹਿਣ ਜਗਦੇ, ਇਹ ਮਹਿਫਲਾਂ, ਇਹ ਮੇਲੇ, ਇਹ ਕਵੀ ਦਰਬਾਰ ਏਦਾਂ ਹੀ ਰਹਿਣ ਲੱਗਦੇ। ਸੋ ਸਾਰਿਆਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਜੀ। ਸੋ ਮੈਡਮ ਇਜਾਜ਼ਤ ਹੈ ਤੇ ਮੀਟਿੰਗ ਲੀਵ ਹੋ ਜਾਏ। ਹਾਂਜੀ, ਸੁਖਜੀਵਨ ਜੀ ਨੂੰ ਬੇਨਤੀ ਹੈ ਕਿ ਉਹ ਪ੍ਰੋਗਰਾਮ ਜੋ ਹੈ ਉਹ ਇਸ ਦੀ ਸਮਾਪਤੀ ਕरें।